ਜਿਹੜਾ ਫੇਥ ਹੈ, ਜਿਹੜਾ ਵਿਸ਼ਵਾਸ ਹੈ, ਉਹ ਸਭ ਤੋਂ ਉੱਚੀ ਚੀਜ਼ ਹੈ। ਮੈਂ ਹਮੇਸ਼ਾ ਕਹਿੰਦਾ ਜਿਹੜਾ ਮਰੀਜ਼ ਆ ਕੇ ਮੈਨੂੰ ਇਹ ਕਹਿੰਦਾ ਡਾਕਟਰ ਸਾਹਿਬ ਹੱਥ ਜੋੜ ਕੇ ਕਿ ਮੈਂ ਚੰਗਾ ਹੋਣਾ ਚਾਹੁੰਦਾ, ਆਈ ਥਿੰਕ ਉਹ ਫੇਥ ਮੈਨੂੰ ਉਹਦੇ ਲਈ ਇੱਕ ਐਕਸਟਰਾ ਮਾਈਲ ਵਰਕ ਕਰਨ ਲਈ ਮੋਟੀਵੇਟ ਕਰਦਾ ਹੈ। ਤੇ ਉਹ ਸ਼ੁਰੂਆਤੀ ਲੱਛਣ ਜਿਹੜੇ ਨੇ ਉਹ ਕਿਹੜੇ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਹੁਣ ਗੋਡੇ ਨੇ ਉਹ ਖਰਾਬ ਹੋਣ ਵਾਲੇ ਨੇ? ਸਾਨੂੰ ਲੱਗੇ ਕਿ ਸਾਡੀ ਲੱਤਾਂ ਬੋ ਲੈਗਸ ਵਿੰਗੀਆਂ ਹੋ ਰਹੀਆਂ ਨੇ, ਜਾਂ ਸਾਨੂੰ ਲੱਗੇ ਕਿ ਸਾਡੀ ਐਕਟੀਵਿਟੀ ਰਿਡਿਊਸ ਹੋ ਰਹੀ ਹੈ, ਅਸੀਂ ਪਹਿਲਾਂ ਵਾਕਨ ਐਕਟਿਵ ਨਹੀਂ ਰਹੇ, ਅਸੀਂ ਪੌੜੀਆਂ ਨਹੀਂ ਚੜ੍ਹ ਸਕਦੇ, ਐਕਟੀਵਿਟੀ ਨਹੀਂ ਕਰ ਸਕਦੇ। ਅਸੀਂ ਜਿੰਨੀ ਚੀਜ਼ਾਂ ਨੂੰ ਡੈਮੇਜ ਕਰਨ ਤੋਂ ਪਹਿਲਾਂ ਆਪਣੀ ਐਕਟੀਵਿਟੀ ਨੂੰ ਵਾਪਸ ਲਿਆਈਏ, ਉਹਨਾਂ ਬੈਟਰ ਆਊਟਕਮਸ। ਅੱਜ ਵੀ ਕਈ ਲੋਕ ਜਿਹੜੇ ਡਰਦੇ ਨੇ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਡਾਕਟਰ ਸਾਹਿਬ ਕੋਲ ਨਹੀਂ ਜਾਣਾ ਜਾਂ ਖਰਚ ਬਹੁਤ ਹੁੰਦਾ ਹੈ ਜੀ ਨੀ ਰਿਪਲੇਸਮੈਂਟ ਤੇ, ਕੀ ਕਹਿਣਾ ਚਾਹੋਗੇ? ਬਹੁਤ ਲੋਕ ਇਹੀ ਸੋਚਦੇ ਹੈ ਕਿ ਮੈਂ ਆਪਰੇਸ਼ਨ ਕਰਾ ਲਾਂਗਾ ਨਾਰਮਲ ਹੋ ਜਾਵਾਂਗਾ। ਉਹ ਇਹ ਰਿਅਲਾਈਜ਼ ਨਹੀਂ ਕਰ ਪਾਉਂਦੇ ਕਿ ਜਿੰਨਾ ਮੇਰਾ ਸਿਚੁਏਸ਼ਨ ਵਰਸ ਹੋ ਚੁੱਕਿਆ ਹੋਏਗਾ, ਮੇਰੇ ਵਾਪਸੀ ਦੇ ਰਸਤੇ ਉਨੇ ਮੁਸ਼ਕਿਲ ਹੋ ਜਾਣ। Life is not calculated by years. Life is calculated by what fun we had in our life, how active we were. ਤੇ ਇਸ ਲਈ ਆਪਣੀ ਐਕਟੀਵਿਟੀ ਬਹੁਤ ਜ਼ਰੂਰੀ ਹੈ, ਆਪਣੀ ਡੇਲੀ ਕੋਰਸ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਜੇ ਅਸੀਂ ਆਪਣੀ ਡਾਈਟ ਨੂੰ ਕੰਟਰੋਲ ਕਰੀਏ, ਇਹ ਸਾਰੀ ਚੀਜ਼ਾਂ ਮਿਲ ਕੇ ਸਾਨੂੰ ਬਹੁਤ ਅੱਛਾ ਇੱਕ ਲਾਈਫ ਸਟਾਈਲ ਦੇ ਸਕਦੀਆਂ, ਤਾਂ ਅਸੀਂ ਆਰਥਰਾਈਟਿਸ ਵਰਗੀ ਬਹੁਤ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹਾਂ। ਨੀ ਰਿਪਲੇਸਮੈਂਟ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਵਰਤਣ ਦੀ ਜ਼ਰੂਰਤ ਹੈ? ਆਲਮੋਸਟ ਕੋਈ ਤੁਹਾਡੀ ਜ਼ੀਰੋ ਰੈਸਟ੍ਰਿਕਸ਼ਨ ਹੈ, ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਸੀਗੇ ਤੁਸੀਂ ਆਲਮੋਸਟ ਸਭ ਕੁਝ ਉਸ ਤਰ੍ਹਾਂ ਹੀ ਕਰੋਗੇ। ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਬੀਰ ਕੌਰ। ਅਨਮਿਊਟ ਦੇ ਸਪੈਸ਼ਲ ਸ਼ੋਅ ਦਾ ਹੈਲਥ ਟਾਕਸ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਸੀਂ ਰੱਖਦੇ ਹਾਂ ਤੁਹਾਡੀ ਸਿਹਤ ਦਾ ਪੂਰਾ ਖਿਆਲ, ਕਿਉਂਕਿ ਕਹਿੰਦੇ ਨੇ ਜੇ ਜਾਨ ਹੈ ਤਾਂ ਜਹਾਨ ਹੈ। ਇਸੇ ਮਕਸਦ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਜੀ ਵੱਖ-ਵੱਖ ਡਾਕਟਰ ਮਾਹਿਰ ਮਹਿਮਾਨਾਂ ਦੇ ਨਾਲ, ਤੇ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ ਉਹਨਾਂ ਦੇ, ਤੇ ਨਾਲ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਇਜ਼ਾਫਾ ਕਰਦੇ ਹਾਂ, ਤੁਹਾਨੂੰ ਬਿਮਾਰੀਆਂ ਤੋਂ ਜਾਣੂ ਕਰਾਉਂਦੇ ਹਾਂ ਤੇ ਤੁਹਾਡੀ ਸਿਹਤ ਦਾ ਰੱਖਦੇ ਹਾਂ ਪੂਰਾ ਖਿਆਲ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਜੋ ਮਾਹਿਰ ਮਹਿਮਾਨ ਨੇ ਉਹ ਆਪਣੇ ਆਪ 'ਚ ਇੱਕ ਮਿਸਾਲ ਨੇ। ਜੇਕਰ ਉਹਨਾਂ ਦੀਆਂ ਮੈਂ ਉਪਲਬਧੀਆਂ ਦੀ ਗੱਲ ਕਰਾਂ ਜਾਂ ਮੈਡੀਕਲ ਸਾਇੰਸ ਦੇ ਵਿੱਚ ਉਹਨਾਂ ਦੀਆਂ ਇਸ ਫੀਲਡ ਦੇ ਵਿੱਚ ਉਹਨਾਂ ਦੇ ਤਜਰਬਿਆਂ ਦਾ ਜ਼ਿਕਰ ਕਰਾਂ ਤਾਂ ਮੈਨੂੰ ਲੱਗਦਾ ਹੈ ਕਿ ਪੂਰਾ ਦਾ ਪੂਰਾ ਪ੍ਰੋਗਰਾਮ ਹੀ ਇੱਥੇ ਖਤਮ ਹੋ ਜਾਊਗਾ। ਉਹਨਾਂ ਨੇ MBBS ਕੀਤੀ ਦਿੱਲੀ ਤੋਂ, ਦੈਨ ਉਹਨਾਂ ਨੇ MCH UK ਸਕਾਟਲੈਂਡ ਤੋਂ ਕੀਤੀ, ਉਸ ਤੋਂ ਬਾਅਦ ਉਹਨਾਂ ਨੇ MS ਅੰਮ੍ਰਿਤਸਰ ਤੋਂ ਕੀਤੀ, ਤੇ ਇਸ ਸਮੇਂ ਉਹ ਸੇਵਾਵਾਂ ਨਿਭਾ ਰਹੇ ਨੇ IV ਐਲੀਟ ਮੋਹਾਲੀ ਦੇ ਵਿੱਚ, ਚੇਅਰਮੈਨ ਐਂਡ ਐਗਜ਼ੈਕਟਿਵ ਡਾਇਰੈਕਟਰ ਡਿਪਾਰਟਮੈਂਟ ਆਫ ਆਰਥੋਪੈਡਿਕਸ ਐਂਡ ਜੁਆਇੰਟ ਰਿਪਲੇਸਮੈਂਟ, ਡਾਕਟਰ ਮਨੋਜ ਫਤਵਾ ਜੀ। ਸਰ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ। ਸੁਖਬੀਰ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਤੇ ਸਾਰੇ ਅਨਮਿਊਟ ਦੇ ਸਰੋਤਿਆਂ ਨੂੰ ਮਿਲ ਕੇ ਜੀ, ਤੇ ਮੇਰੇ ਲਈ ਬੜੇ ਫਖਰ ਦੀ ਗੱਲ ਹੈ ਅੱਜ ਤੁਹਾਡੇ ਨਾਲ ਇਸ ਡਿਸਕਸ਼ਨ ਪਲੇਟਫਾਰਮ ਤੇ ਹਾਂ, ਤੇ ਇਹਦੇ ਨਾਲ ਅਸੀਂ ਜੇ ਕੋਈ ਵੀ ਗਾਈਡੈਂਸ ਆਪਣੇ ਪੇਸ਼ੈਂਟਸ ਆਪਣੇ ਲੋਕਾਂ ਤੱਕ ਆਵਾਮ ਤੱਕ ਪਹੁੰਚਾ ਸਕੇ, ਸਾਨੂੰ ਉਹਦੀ ਬਹੁਤ ਖੁਸ਼ੀ ਹੋਵੇਗੀ ਜੀ। ਔਰ ਮੈਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਅੱਜ ਤੁਸੀਂ ਮਾਝੇ ਦੀ ਧਰਤੀ ਦੀ ਸ਼ਾਨ ਹੋ, ਅੰਮ੍ਰਿਤਸਰ ਨੂੰ ਤੁਸੀਂ ਬਿਲੋਂਗ ਕਰਦੇ ਹੋ ਔਰ ਮਾਝੇ ਦੀ ਸ਼ਾਨ ਹੋ ਤੁਸੀਂ, ਔਰ ਮੈਡੀਕਲ ਸਾਇੰਸ ਦੇ ਵਿੱਚ ਤੁਹਾਡਾ ਬਹੁਤ ਤਜਰਬਾ ਰਿਹਾ। ਇਹ ਪਹਿਲਾ ਸ਼ੁਰੂਆਤ ਅਸੀਂ ਇੱਥੋਂ ਹੀ ਕਰਦੇ ਹਾਂ ਕਿ ਸਕਾਟਲੈਂਡ ਤੋਂ ਪੜ੍ਹ ਕੇ ਆਉਣਾ ਔਰ ਪੰਜਾਬ ਦੀ ਮਿੱਟੀ ਦਾ ਮੋਹ ਜਿਹੜਾ ਉਹ ਤੁਹਾਨੂੰ ਇੱਧਰ ਖਿੱਚ ਕੇ ਲਿਆ ਆਉਂਦਾ, ਔਰ ਤੁਸੀਂ ਇੱਧਰ ਮੈਡੀਕਲ ਫੀਲਡ ਦੇ ਵਿੱਚ ਜਿਹੜੀਆਂ ਸੇਵਾਵਾਂ ਦੇ ਰਹੇ ਹੋ, ਕੀ ਕਾਰਨ ਹੈ ਇਸ ਦਾ? ਸੁਖਬੀਰ ਜੀ, ਜਿਸ ਤਰ੍ਹਾਂ ਤੁਸੀਂ ਮਾਝੇ ਦੀ ਗੱਲ ਕੀਤੀ ਤੇ ਮੈਂ ਹੁਣ ਅੱਜ ਕਿਉਂਕਿ ਮਾਝੇ ਦੀ ਜੱਟੀ ਨਾਲ ਗੱਲ ਕਰ ਰਿਹਾ ਤੇ ਇਹਦੇ ਵਿੱਚ ਜਿਸ ਤਰ੍ਹਾਂ ਬਾਕੀ ਸਾਰਿਆਂ ਤੋਂ ਹੁੰਦਾ ਹੈ, ਮੈਂ UK ਸੀਗਾ ਤੇ ਉਸ ਤੋਂ ਬਾਅਦ ਮੈਂ ਅਮਰੀਕਾ ਵਿੱਚ ਕੰਮ ਕਰ ਰਿਹਾ ਸੀਗਾ। ਅਸੀਂ ਸਾਰੇ ਸਮੇਂ ਤੋਂ ਬਹੁਤ ਅੱਗੇ ਨਿਕਲ ਚੁੱਕੇ ਹੁੰਦੇ ਹਾਂ ਤੇ ਉਸ ਵੇਲੇ ਸ਼ਾਇਦ ਵਾਪਸ ਆਉਣ ਬਾਰੇ ਪਲਾਨ ਤੇ ਨਹੀਂ ਸੀਗਾ, ਪਰ ਇੱਕ ਵਾਰ ਮੈਂ ਉੱਥੇ ਗਿਆ ਤੇ ਕਿਸੇ ਸੀਨੀਅਰ ਨੇ ਮੈਨੂੰ ਇਹ ਗੱਲ ਕਹੀ ਕਿ ਅਸੀਂ 10 ਸਾਲ ਪਿਛੜੇ ਜ਼ਰੂਰ ਹਾਂ, ਪਰ ਜੇ ਆਪਣੇ ਬੱਚੇ ਆ ਕੇ ਸ਼ਹਿਰ ਨੂੰ ਨਹੀਂ ਸੁਧਾਰਨਗੇ ਤੇ ਬਾਹਰੋਂ ਤਾਂ ਕਿਸੇ ਨੇ ਆਉਣਾ ਨਹੀਂ ਜੀ। ਤੇ ਉਸ 'ਤੇ ਮੈਂ ਕਾਫੀ ਇਮੋਸ਼ਨਲ ਹੋ ਗਿਆ ਤੇ ਉਸ 'ਤੇ ਮੈਂ ਡਿਸਾਈਡ ਕੀਤਾ ਕਿ ਮੈਂ ਵਾਪਸ ਪੰਜਾਬ ਵੱਲ ਮੁੜਾਂਗਾ ਤੇ ਆਈ ਥਿੰਕ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਡਿਸੀਜਨ ਸੀਗਾ। ਬਿਕੋਜ਼ ਜੋ ਪਿਆਰ, ਜੋ ਮੁਹੱਬਤ ਤੇ ਜੋ ਫੇਥ ਸਾਡੇ ਸਾਇੰਸ ਵਿੱਚ ਸਭ ਤੋਂ ਵੱਡੀ ਚੀਜ਼ ਹੈ। ਜਿੰਨਾ ਮਰਜ਼ੀ ਅਸੀਂ ਕਹਿ ਲਈਏ ਕਿ ਹੈਲਥ ਕੇਅਰ ਕਮਰਸ਼ੀਅਲ ਹੋ ਗਿਆ, ਪਰ ਅੱਜ ਵੀ ਜਿਹੜਾ ਫੇਥ ਹੈ, ਜਿਹੜਾ ਵਿਸ਼ਵਾਸ ਹੈ, ਉਹ ਸਭ ਤੋਂ ਉੱਚੀ ਚੀਜ਼ ਹੈ ਜੀ। ਬਿਲਕੁਲ, ਮੈਂ ਹਮੇਸ਼ਾ ਕਹਿੰਦਾ ਜਿਹੜਾ ਮਰੀਜ਼ ਆ ਕੇ ਮੈਨੂੰ ਇਹ ਕਹਿੰਦਾ ਡਾਕਟਰ ਸਾਹਿਬ ਹੱਥ ਜੋੜ ਕੇ ਕਿ ਮੈਂ ਚੰਗਾ ਹੋਣਾ ਚਾਹੁੰਦਾ, ਆਈ ਥਿੰਕ ਉਹ ਫੇਥ ਮੈਨੂੰ ਉਹਦੇ ਲਈ ਇੱਕ ਐਕਸਟਰਾ ਮਾਈਲ ਵਰਕ ਕਰਨ ਲਈ ਮੋਟੀਵੇਟ ਕਰਦਾ ਹੈ ਜੀ। ਤੇ ਇਸ ਲਈ ਉਹ ਫੇਥ ਦੇ ਨਾਲ
ਜਿਹੜੇ ਲੋਕੀ ਇਸ ਗੱਲ ਨੂੰ ਬਾਹਰ ਬੈਠੇ ਨੇ ਤੇ ਇਸ ਗੱਲ ਨੂੰ ਨਹੀਂ ਸਮਝਦੇ, ਮੈਂ ਉਹਨਾਂ ਨੂੰ ਐਗਜ਼ਾਮਪਲ ਦਊਂਗਾ। ਮੈਂ ਵਰਲਡ ਦੇ ਬੈਸਟ ਸੈਂਟਰ ਸੀਗਾ, ਮੈਂ ਇੰਡੀਆ ਆਉਂਦਾ ਸੀ ਹਰ 3 ਮਹੀਨੇ ਬਾਅਦ ਆਪਰੇਟ ਕਰਨ ਲਈ। ਮੈਨੂੰ ਲੇਡੀਜ਼ ਨੇ ਕਹਿਣਾ, ਬੇਟਾ ਦਵਾਈ ਆਪਣੇ ਹੱਥੀਂ ਪਾ ਦੇ ਜੀ, ਤੇ ਅਸੀਂ ਕਿਸੇ ਹੋਰ ਨੂੰ ਨਹੀਂ ਦਿਖਾਣਾ ਜੀ। ਉਸ ਤੋਂ ਬਾਅਦ ਜਿਹੜੇ ਲੋਕੀ ਆਪਰੇਸ਼ਨ ਮੇਰੇ ਤੋਂ ਉਸ ਜ਼ਮਾਨੇ 'ਚ ਕਰਾਉਂਦੇ ਸੀਗੇ, ਉਹਨਾਂ ਨੂੰ ਪਤਾ ਸੀਗਾ ਕਿ ਆਪਰੇਸ਼ਨ ਤੋਂ ਮਗਰੋਂ ਮੈਂ 4 ਮਹੀਨੇ ਅਵੇਲੇਬਲ ਵੀ ਨਹੀਂ ਹੋਊਂਗਾ। ਇੱਕ ਚੀਜ਼ ਰਾਤੀ ਸੌਂਦੇ ਮੈਨੂੰ ਹਮੇਸ਼ਾ ਆਉਂਦੀ ਸੀ, ਇਹਨਾਂ ਲੋਕਾਂ ਨੂੰ ਪਤਾ ਹੈ ਕਿ ਮੈਂ 4 ਮਹੀਨੇ ਇੱਥੇ ਨਹੀਂ ਹੋਊਂਗਾ, ਲੇਕਿਨ ਤਦ ਵੀ ਇੰਨਾ ਵਿਸ਼ਵਾਸ ਹੈ ਕਿ ਇਹ ਚਾਹੁੰਦੇ ਕਿ ਤੁਸੀਂ ਆਪਣੇ ਹੱਥੀਂ ਮੇਰਾ ਆਪਰੇਸ਼ਨ ਕਰ ਦਿਓ। ਮੈਂ ਉਸ ਮੁਲਕ ਦੇ ਵਿੱਚ ਹਾਂ ਜਿੱਥੇ ਬੈਸਟ ਪਲੇਸਡ ਹਾਂ, ਪਰ ਮੈਂ ਹਾਂ ਜਾਂ ਉੱਥੇ ਨਹੀਂ ਹਾਂ, ਕੋਈ ਫਰਕ ਨਹੀਂ ਪੈਂਦਾ ਜੀ। ਇਨਸਾਨ ਦਾ ਵਜੂਦ ਸਭ ਤੋਂ ਵੱਡੀ ਚੀਜ਼ ਹੁੰਦੀ ਹੈ, ਤੇ ਉਹੀ ਪਿਆਰ, ਉਹੀ ਮੁਹੱਬਤ, ਉਹੀ ਸਾਰੇ ਪੇਸ਼ੈਂਟਸ ਦਾ ਲਗਾਵ ਮੈਨੂੰ ਇਸ ਚੀਜ਼ ਤੇ ਪੁੱਲ ਕੀਤਾ ਕਿ ਮੈਂ ਵਾਪਸ ਆਵਾਂ ਜੀ। ਇਸ ਦੇ ਨਾਲ ਜਿਹੜੇ ਲੋਕੀ ਬੱਚੇ ਬਾਹਰ ਨੇ ਜਾਂ ਉਹ ਇਹ ਗੱਲ ਕਹਿੰਦੇ ਨੇ ਕਿ ਬਈ ਇੰਡੀਆ 'ਚ ਫਿਊਚਰ ਨਹੀਂ ਹੈ, ਸਕੋਪ ਨਹੀਂ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਲਾਈਵ ਦੱਸਣਾ ਚਾਹੂੰਗਾ। ਸੰਨ 2005 ਦੇ ਵਿੱਚ ਜਦੋਂ ਮੈਂ ਇੰਡੀਆ ਲੌਟਿਆ ਸੀਗਾ ਤੇ ਮੇਰੀ ਮਦਰ ਨੇ ਮੈਨੂੰ ਪੁੱਛਿਆ, ਜੋ ਇੱਕ ਹਾਊਸ ਵਾਈਫ ਹੈ, ਬੇਟਾ ਹੁਣ ਤੂੰ ਕੀ ਕਰੇਗਾ? ਜੀ। ਮੈਂ ਕਿਹਾ ਮੈਂ ਤੇ ਗੋਡੇ ਤੇ ਚੁੱਲ੍ਹਿਆਂ ਦੇ ਆਪਰੇਸ਼ਨ ਕਰਦਾ, ਉਹੀ ਕਰਾਂਗਾ। ਮੇਰੀ ਮਦਰ ਦੀ ਵਰਡਿੰਗ ਸੀ, ਭੁੱਖਾ ਮਰ ਜਾਏਗਾ। ਕਿੰਨੇ ਲੋਕਾਂ ਦੇ ਗੋਡੇ ਚੁੱਲ੍ਹੇ ਖਰਾਬ ਹੁੰਦੇ ਆ ਜੀ, ਤੇ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਉਸ ਦਿਨ ਤੋਂ ਲੈ ਕੇ ਸ਼ਾਇਦ 15 ਸਾਲ ਦੇ ਵਿੱਚ ਮੈਂ ਵਰਲਡ ਦਾ ਹਾਈਐਸਟ ਵਾਲੀਅਮ ਆਪਰੇਟ ਕਰਾਂਗਾ। ਤੇ ਮੇਰੀ ਮਦਰ ਜਿਹੜੀ ਮੈਨੂੰ ਇਹ ਸਵਾਲ ਪੁੱਛ ਰਹੀ ਹੈ, ਮੈਂ 10 ਸਾਲ ਉਸੇ ਮਾਂ ਦੇ ਗੋਡੇ ਨਵੇਂ ਪਾਉਂਗਾ। ਤੇ ਇਸ ਲਈ ਅੱਜ ਦੀ ਡੇਟ ਵਿੱਚ ਅਸੀਂ ਸਭ ਕਹਿੰਦੇ ਹਾਂ ਸਾਡਾ ਦੇਰ ਪਿਛੜਾ ਹੋਇਆ, ਪਰ ਅਸੀਂ ਸਾਰੇ ਇੰਡੀਅਨਸ ਜੇ ਇਸ ਗੱਲ ਨੂੰ ਸਮਝੀਏ, ਸਾਡੇ ਸਾਰਿਆਂ ਦੇ ਵਿੱਚ ਸਬਸਟੈਂਸ ਹੈ। ਅਸੀਂ ਜੇ ਆਪਣੇ ਮੁਲਕ ਨੂੰ ਆ ਕੇ ਸੁਧਾਰਨਾ ਚਾਹੀਏ, ਆਪਣਾ ਆਪਣੇ ਲੈਵਲ ਦੇ ਕੰਟਰੀਬਿਊਸ਼ਨ ਦੇ ਸਕਨੇ ਆ। ਤੇ ਅੱਜ ਜਿਹੜੇ ਵਰਲਡ ਦੇ ਟੌਪ ਰਿਕਾਰਡਸ ਹੈ, ਉਹ ਕਿਸੇ ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਰਪ ਤੋਂ ਨਹੀਂ ਹੈ, ਉਹ ਇੰਡੀਆ ਚੋਂ ਨੇ, ਤੇ ਉਹ ਵੀ ਪੰਜਾਬ ਚੋਂ ਨੇ। ਆਈ ਥਿੰਕ ਦੈਟ ਥਿੰਗ ਮੇਕਸ ਮੀ ਆਫਲੀ ਪ੍ਰਾਊਡ। ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਕੌਣ ਗੋਡੇ ਠੀਕ ਕਰਵਾਏਗਾ, ਔਰ ਜੇਕਰ ਅਸੀਂ ਪਿਛਲੇ 10-15 ਸਾਲ ਤੋਂ ਹੁਣ ਤੱਕ ਦੀ ਗੱਲ ਕਰੀਏ ਤਾਂ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਨਵੀਆਂ ਟੈਕਨੀਕਸ ਵੀ ਆਈਆਂ ਨੇ ਔਰ ਲੋਕ ਜਿਹੜੇ ਨੇ ਜਾਗਰੂਕ ਵੀ ਹੋਏ ਨੇ। ਜੇਕਰ ਅਸੀਂ ਸਾਈਨ ਐਂਡ ਸਿੰਪਟਮਸ ਦੀ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਨੀ ਰਿਪਲੇਸਮੈਂਟ ਲਈ ਜਾਂਦੇ ਹਾਂ ਜਾਂ ਜੁਆਇੰਟ ਰਿਪਲੇਸਮੈਂਟ ਲਈ ਜਾਂਦੇ ਹਾਂ, ਜੇਕਰ ਅਸੀਂ ਨੀ ਰਿਪਲੇਸਮੈਂਟ ਦੀ ਹੀ ਗੱਲ ਕਰਦੇ ਹਾਂ ਤੇ ਉਹ ਸ਼ੁਰੂਆਤੀ ਲੱਛਣ ਜਿਹੜੇ ਨੇ ਉਹ ਕਿਹੜੇ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਜਿਹੜੇ ਹੁਣ ਗੋਡੇ ਨੇ ਉਹ ਖਰਾਬ ਹੋਣ ਵਾਲੇ ਨੇ? ਸੁਖਬੀਰ ਜੀ, ਜਿਹੜਾ ਜੋੜਾਂ ਦਾ ਆਰਥਰਾਈਟਿਸ ਹੈ ਉਹ ਮੋਟੇ ਤੌਰ ਤੇ 2 ਤਰ੍ਹਾਂ ਦਾ ਹੁੰਦਾ ਹੈ ਜੀ। ਇੱਕ ਹੁੰਦਾ ਹੈ ਆਸਟੀਓਆਰਥਰਾਈਟਿਸ, ਯਾਨੀ ਕਿ ਉਮਰ ਦੇ ਨਾਲ ਵਧਣ ਵਾਲਾ ਆਰਥਰਾਈਟਿਸ ਜੀ। ਸੈਕੰਡ ਹੁੰਦਾ ਹੈ ਰੂਮੇਟੋਇਡ ਆਰਥਰਾਈਟਿਸ, ਜਿਹਨੂੰ ਅਸੀਂ ਸਾਦੀ ਭਾਸ਼ਾ ਵਿੱਚ ਗਠੀਆ ਦੇ ਨਾਂ ਤੋਂ ਜਾਣਦੇ ਹਾਂ। ਗਠੀਆ ਵਾਲੇ ਜਿਹੜੇ ਮਰੀਜ਼ ਹੋਣਗੇ ਉਹ ਤਾਂ ਯੰਗ ਹੋਣਗੇ, ਉਹਨਾਂ ਦੇ ਗੋਡਿਆਂ ਦੇ ਜੋੜ, ਸਕੂਲਿਆਂ ਦੇ ਜੋੜ, ਕੋਨੀ ਦੇ, ਕੰਧੇ ਤੇ ਕਾਫੀ ਮਲਟੀਪਲ ਜੁਆਇੰਟਸ ਡੈਮੇਜ ਹੋਣਗੇ ਤੇ ਉਹ ਕ੍ਰਿਪਲਡ ਹੋਣਗੇ ਜੀ। ਜਿਹੜੇ ਮੈਜੋਰਿਟੀ ਲੋਟ 80% ਤੋਂ ਜ਼ਿਆਦਾ ਹੁੰਦਾ ਹੈ ਉਹ ਹੁੰਦਾ ਹੈ ਆਸਟੀਓਆਰਥਰਾਈਟਿਸ ਜੀ। ਉਹਦੇ ਵਿੱਚ ਅਸੀਂ ਜੇ ਇਹ ਦੇਖਦੇ ਹਾਂ ਕਿ ਯਾਰ ਪਹਿਲਾਂ ਬੜੀ ਲੰਬੀ ਸੈਰ ਕਰ ਲੈਂਦੇ ਸੀ, ਹੁਣ ਮੇਰੀ ਐਕਟੀਵਿਟੀ ਘਟ ਰਹੀ ਹੈ, ਹੁਣ ਮੈਨੂੰ ਪੌੜੀਆਂ ਚੜ੍ਹਨ ਉਤਰਨ 'ਚ ਸਮੱਸਿਆ ਆ ਰਹੀ ਹੈ, ਹੁਣ ਜਦੋਂ ਵੀ ਕੋਈ ਢਲਾਨ ਜਾਂ ਕੋਈ ਸਲੋਪ ਆਉਂਦੀ ਹੈ ਮੈਨੂੰ ਸਮੱਸਿਆ ਆ ਰਹੀ ਹੈ। ਇਹ ਸਾਰੀ ਚੀਜ਼ਾਂ 'ਚੋਂ ਸਟਾਰਟਿੰਗ ਹੁੰਦੀ ਹੈ। ਅਸੀਂ ਕਹਿੰਦੇ ਹਾਂ ਕਾਰ 'ਚ ਬੈਠੇ ਸੀਗੇ, ਬਾਹਰ ਨਿਕਲਣਾ ਬੜਾ ਔਖਾ ਹੈ ਜੀ, ਮੂਵੀ ਦੇਖਣ ਗਏ, ਬੈਠ ਤੇ ਗਏ, ਉੱਠਣਾ ਬੜਾ ਔਖਾ ਹੈ ਜੀ। ਮੈਂ ਹੱਸਦਾ ਹੁੰਦਾ ਕਿ ਇਹਨੂੰ ਇੱਕ ਤਰੀਕੇ ਦੀ ਸਰਦੀਆਂ ਦੇ ਨਾ ਗੱਡੀਆਂ ਦੀ ਸਟਾਰਟਿੰਗ ਟਰਬਲ ਹੈ। ਇੱਕ ਵਾਰੀ ਗੱਡੀ ਸਟਾਰਟ ਨਹੀਂ ਹੁੰਦੀ, ਸਟਾਰਟ ਹੋ ਜਾਏ ਫਿਰ ਤੁਰ ਲੈਂਦੇ ਆ। ਤੇ ਇਸ ਲਈ ਆਰਥਰਾਈਟਿਸ ਦੇ ਲੱਛਣ ਜਿਹੜੇ ਹੁੰਦੇ ਨੇ ਕਿ ਇਨਸਾਨ ਜਦੋਂ ਕੋਈ ਬਹਿ ਗਿਆ, ਉਹਨੂੰ ਸ਼ੁਰੂ 'ਚ ਉੱਠਣਾ ਜਾਂ ਪਹਿਲੇ 5-7 ਕਦਮ ਲੈਣਾ ਬਹੁਤ ਔਖਾ ਹੁੰਦਾ ਹੈ, ਉਸ ਤੋਂ ਬਾਅਦ ਉਹ ਐਕਟੀਵਿਟੀ ਹੋ ਜਾਂਦੇ ਨੇ। ਜਦੋਂ ਵੀ ਤੁਹਾਨੂੰ ਪੇਨ ਔਨ ਐਕਟੀਵਿਟੀ ਤੇ ਪੇਨ ਔਨ ਰੈਸਟ ਸ਼ੁਰੂ ਹੋ ਜਾਏ, ਉਸ ਵੇਲੇ ਆਪਣੇ ਸਪੈਸ਼ਲਿਸਟ ਨੂੰ ਮਿਲੋ, ਕਿਉਂਕਿ ਇਹੀ ਚੀਜ਼ ਪਹਿਲਾਂ ਮੰਨ ਲਓ ਕਿਸੇ ਦਾ ਇੱਕ ਜੋੜ ਖਰਾਬ ਹੈ, ਅਸੀਂ ਨਹੀਂ ਸਮਝਾਂਗੇ ਦੂਸਰਾ ਵੀ ਜਾਏਗਾ, ਨਹੀਂ ਸਮਝਾਂਗੇ ਦੋਵਾਂ ਤੋਂ ਬਾਅਦ ਬੈਕ ਵੀ ਜਾਏਗੀ, ਤੇ ਇੱਕ ਢਲਾਨ ਹੈ ਜਿਹੜੀ ਥੱਲੇ ਜਾਂਦੀ ਜਾਏਗੀ ਜੀ। ਅਸੀਂ ਜਿੰਨੀ ਜਲਦੀ ਉਹਨੂੰ ਰਿਪੇਅਰ ਕਰ ਲਾਂਗੇ ਉਨਾ ਹੀ ਬੈਟਰ ਆਊਟਕਮਸ ਜੀ। ਤੇ ਜਦੋਂ ਵੀ ਸਾਡੀ ਬੇਸਿਕ ਕੋਰਸ ਆਫ ਲਾਈਫ ਸਾਡੇ ਖਰਾਬ ਹੋਣ, ਸਾਨੂੰ ਲੱਗੇ ਕਿ ਸਾਡੀ ਲੱਤਾਂ ਬੋ ਲੈਗਸ ਵਿੰਗੀਆਂ ਹੋ ਰਹੀਆਂ ਨੇ, ਜਾਂ ਸਾਨੂੰ ਲੱਗੇ ਕਿ ਸਾਡੀ ਐਕਟੀਵਿਟੀ ਰਿਡਿਊਸ ਹੋ ਰਹੀ ਹੈ, ਅਸੀਂ ਪਹਿਲਾਂ ਵਾਕਨ ਐਕਟਿਵ ਨਹੀਂ ਰਹੇ, ਅਸੀਂ ਪੌੜੀਆਂ ਨਹੀਂ ਚੜ੍ਹ ਸਕਦੇ, ਐਕਟੀਵਿਟੀ ਨਹੀਂ ਕਰ ਸਕਦੇ, ਅਸੀਂ ਲੌਂਗ ਵਾਕ ਤੇ ਨਹੀਂ ਜਾ ਸਕਦੇ, ਉਸ ਵੇਲੇ ਸਾਨੂੰ ਕਿਸੇ ਸਪੈਸ਼ਲਿਸਟ ਡਾਕਟਰ ਨੂੰ ਮਿਲਣਾ ਚਾਹੀਦਾ ਜੋ ਤੁਹਾਡੇ ਐਕਸ-ਰੇ ਤੇ ਕਲੀਨਿਕਲ ਐਗਜ਼ਾਮੀਨੇਸ਼ਨ ਨਾਲ ਇਹ ਦੱਸੇਗਾ ਕਿ ਤੁਹਾਨੂੰ ਉਸ ਸਟੇਜ ਤੇ ਆਰਥਰਾਈਟਿਸ ਲਈ ਕੀ ਇਲਾਜ ਚਾਹੀਦਾ ਹੈ। ਸਰਜਰੀ ਸ਼ਾਇਦ 5% ਚਾਹੀਦੀ ਹੋਏਗੀ, 95% ਨਾਨ ਸਰਜੀਕਲ ਆਪਸ਼ਨਸ ਤੋਂ ਹੀ ਠੀਕ ਹੋ ਜਾਣਗੇ ਜੀ। ਅਕਸਰ ਲੋਕਾਂ ਦੇ ਵਿੱਚ ਧਾਰਨਾ ਹੈ ਕਿ ਅਸੀਂ ਤੇ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਤਾਂ ਜੀ ਆਪਰੇਸ਼ਨ ਕਰ ਦੇਣਾ, ਇਸੇ ਕਰਕੇ ਉਹ ਡਿਲੇ ਕਰੀ ਜਾਂਦੇ ਨੇ, ਜਦੋਂ ਕਿ ਇਹ ਡਿਲੇ ਨਹੀਂ ਕਰਨਾ ਚਾਹੀਦਾ। ਜਿਵੇਂ ਤੁਸੀਂ ਗੱਲ ਕੀਤੀ ਹੈ ਬਹੁਤ ਵਧੀਆ ਕਿ ਇੱਕ ਜੁਆਇੰਟ ਖਰਾਬ ਹੈ ਦੂਸਰਾ ਨਾਲ ਖਰਾਬ ਹੋ ਜਾਏਗਾ। ਮੈਂ ਇਹਨੂੰ ਐਗਜ਼ਾਮਪਲ ਨਾਲ ਕਈ ਵਾਰੀ ਸਮਝਾਉਣੀ ਹੁੰਦੀ ਹੈ ਕਿ ਮੰਨ ਲਓ ਸਾਡਾ 70 ਕਿਲੋ ਭਾਰ ਹੈ, ਉਹ 2 ਨੀਜ਼ ਤੇ ਪੈ ਰਿਹਾ, ਸਾਡੀ ਬੈਕਬੋਨ ਤੇ ਪੈ ਰਿਹਾ। ਅਗਰ ਸਾਡਾ ਇੱਕ ਨੀ ਖਰਾਬ ਹੋ ਰਿਹਾ ਤਾਂ ਉਹ ਸਾਰਾ ਦੂਸਰੇ ਤੇ ਆ ਗਿਆ, ਅਗਰ ਦੂਸਰਾ ਵੀ ਖਰਾਬ ਹੋ ਰਿਹਾ ਤੇ ਫਿਰ ਸਾਰਾ ਦਾ ਸਾਰਾ ਜਿਹੜਾ ਉਹ ਬੈਕਬੋਨ ਤੇ ਜਾ ਰਿਹਾ। ਸੋ ਜਿਹੜੇ ਲੋਕ ਡਿਲੇ ਕਰ ਦਿੰਦੇ ਨੇ ਜਾਂ ਜੇ
ਉਹ ਸੋਚਦੇ ਨੇ ਕਿ ਅਸੀਂ ਡਾਕਟਰ ਕੋਲ ਜਾਣਾ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦਵਾਈਆਂ ਵੀ ਇਲਾਜ ਹੈ ਨੇ ਇਸ ਦਾ, ਪਰ ਉਹ ਇਹੀ ਸੋਚ ਲੈਂਦੇ ਆ ਕਿ ਸਾਡਾ ਆਪਰੇਸ਼ਨ ਹੋ ਜਾਣਾ। ਔਰ ਜਿੰਨੀਆਂ ਕੁ ਸਾਡੇ ਕੋਲ ਐਡਵਾਂਸ ਟੈਕਨੀਕਸ ਆ ਗਈਆਂ ਨੇ ਆਪਰੇਸ਼ਨ, ਜਿੱਦਾਂ ਤੁਹਾਡੀ ਮੁਹਾਰਤ ਹਾਸਲ ਹੈ ਕਿ ਤੁਸੀਂ 10 ਤੋਂ 12 ਮਿੰਟ ਦੇ ਵਿੱਚ ਜਿਹੜਾ ਹੈ ਨੀ ਦੀ ਸਰਜਰੀ ਕਰ ਦਿੰਦੇ ਹੋ, ਉਸ ਤੋਂ ਬਾਅਦ 2-3 ਘੰਟੇ ਦੇ ਵਿੱਚ ਪੇਸ਼ੈਂਟ ਜਿਹੜਾ ਨਾਰਮਲ ਹੋ ਜਾਂਦਾ, ਅਗਲੇ ਦਿਨ ਆਈ ਥਿੰਕ ਸਟੇਅਰਸ ਵੀ ਚੜ੍ਹ ਜਾਂਦਾ। ਸੋ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਦੇਖੋ, ਪਹਿਲੀ ਚੀਜ਼ ਤੇ ਇਹ ਹੈ ਕਿ ਬੜੇ ਲੋਕ ਇਹ ਪੁੱਛਦੇ ਕਿ ਜਾਵਾਂਗੇ ਤੇ ਆਪਰੇਸ਼ਨ ਬੋਲ ਦੇਣਗੇ। ਮੈਂ ਹੱਸਦਾ ਹੁੰਦਾ ਕਈ ਵਾਰੀ ਕਿਸੇ ਨੂੰ ਕਿ ਤੁਸੀਂ ਨਾ ਮੇਰੇ ਨਾਲ ਇੱਕ ਸ਼ਾਮ ਬੈਠੋ ਤੇ ਮੇਰੇ ਨਾਲ ਬੈਠ ਕੇ ਉਹ ਦੇਖੋ। ਮੈਂ ਕਿਹਾ ਮੈਂ ਡੀਲ ਕਰਦਾ ਪੰਜਾਬੀਆਂ ਨੂੰ, ਠੀਕ ਹੈ। ਪੰਜਾਬੀਆਂ 'ਚ ਕਹਾਵਤ ਹੈ ਹੰਡ ਦਾ ਹੰਡਾਈ ਚਲੋ। ਸਾਡੇ ਵਰਗੇ ਡਾਕਟਰ ਕੋਲ, ਸਪੈਸ਼ਲਿਸਟ ਕੋਲ ਜਦ ਤੱਕ ਗੱਡੀ ਬਿਲਕੁਲ ਨਹੀਂ ਖੜਦੀ ਕੋਈ ਨਹੀਂ ਆਉਂਦਾ। ਬਿਲਕੁਲ। ਤੇ ਪਹਿਲੀ ਚੀਜ਼, ਜਿਸ ਸਟੇਜ ਤੇ ਬਾਹਰ ਦੀ ਦੁਨੀਆ 'ਚ, ਬਾਹਰ ਦੇ ਦੇਸ਼ਾਂ 'ਚ ਆਪਰੇਸ਼ਨ ਹੁੰਦਾ ਹੈ ਤੇ ਜਿਸ ਸਟੇਜ ਤੇ ਲੋਕੀ ਇੱਥੇ ਆਉਂਦੇ ਨੇ ਉਹਦੇ ਵਿੱਚ ਬਹੁਤ ਸਮਾਂ ਲੂਜ਼ ਕਰ ਚੁੱਕੇ ਹਨ। ਮੈਂ ਤੁਹਾਨੂੰ ਇੱਕ ਇਨਸਾਨ ਦੀ ਲਾਈਫ ਨੂੰ ਇੱਕ ਕਾਰ ਤੇ ਲੈ ਕੇ ਜਾਊਂਗਾ। ਇੱਕ ਕਾਰ ਹੈ ਜਿਹਦਾ ਟਾਇਰ ਵੇਅਰ ਆਊਟ ਕਰ ਰਿਹਾ, ਘਿਸ ਰਿਹਾ। ਕੋਈ ਕਹਿੰਦਾ ਯਾਰ ਕਿ ਟਾਇਰ ਘਿਸ ਰਿਹਾ ਹੈ, 4 ਮਿਲੀਮੀਟਰ ਰਬਰ ਰਹਿ ਗਿਆ ਹੈ। ਸਾਡਾ ਪੰਜਾਬੀ ਕਹੇਗਾ ਅਜੇ ਤੇ ਗੱਡੀ ਤੁਰਦੀ, ਇਹਦੇ ਤੇ ਚੱਲ ਰਹੇ ਆ, ਅਸੀਂ ਉਸ ਟਾਇਰ ਨੂੰ ਘਿਸਾਵਾਂਗੇ, ਫਿਰ ਲੋਡ ਨਾਲ ਸੈਕਿੰਡ ਟਾਇਰ ਜਾਏਗਾ, ਫਿਰ ਐਕਸਲ ਬੇਰਿੰਗ ਜਾਣਗੇ, ਫਿਰ ਉਸ ਤੋਂ ਮਗਰ ਹੁਣ ਮੈਂ ਵਿਚਾਰ ਬਣਾ ਲਿਆ ਹੈ ਕਿ ਹੁਣ ਜੀ ਬਿਲਕੁਲ ਇਹ ਕੋਈ ਲਿਮਿਟ ਨਹੀਂ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਇਹ ਮੇਰੀ ਦੀਵਾਰ ਦਾ ਪੇਂਟ ਹੋਣਾ ਹੈ, ਕਿਸੇ ਲਈ ਦੀਵਾਰ ਗੰਦੀ ਹੈ ਉਹ ਸਿਚੁਏਸ਼ਨ ਹੈ, ਕਿਸੇ ਲਈ ਪੇਂਟ ਦਾ ਪੀਲ ਆਫ ਹੋਣਾ ਸਿਚੁਏਸ਼ਨ ਹੈ, ਕਿਸੇ ਲਈ ਸੀਮੈਂਟ ਦਾ ਨਿਕਲਣਾ ਸਿਚੁਏਸ਼ਨ ਹੈ, ਤੇ ਕਿਸੇ ਲਈ ਇੱਟਾਂ ਦਿਸਣ ਉਹ ਸਿਚੁਏਸ਼ਨ ਹੈ। ਬਿਲਕੁਲ ਇਹਦਾ ਕੋਈ ਗਾਈਡ ਨਹੀਂ। ਸੇਮ ਵੇ ਅਸੀਂ ਕਿੰਨਾ ਡਿਟੋਰੇਟ ਜਾਂ ਥੱਲੇ ਜਾਣ ਤੋਂ ਬਾਅਦ ਇਸ ਚੀਜ਼ ਨੂੰ ਸਮਝਦੇ ਹਾਂ ਕਿ ਮੇਰੀ ਕੁਆਲਿਟੀ ਆਫ ਲਾਈਫ ਇੰਪਰੂਵ ਹੋਣਾ ਬਹੁਤ ਜ਼ਰੂਰੀ ਹੈ। तो आई थिंक सवाल आज ऑपरेशन या ना ऑपरेशन नहीं, ऑपरेशन मजबूर होवांगे सब ਨੂੰ ਕਰਨਾ ਪਏਗਾ। ਸਵਾਲ ਹੈ ਕਿੰਨਾ ਨੁਕਸਾਨ ਕਰਨ ਤੋਂ ਬਾਅਦ ਅਸੀਂ ਸਮਝਦੇ ਹਾਂ, ਇੱਕ ਇੰਗਲਿਸ਼ ਪ੍ਰਵਰਬ ਹੈ, ਇਨਫ ਇਜ਼ ਇਨਫ। ਜੀ ਬਿਲਕੁਲ। ਅਸੀਂ ਕਿਸ ਸਟੇਜ ਤੇ ਆ ਕੇ ਯੂ ਟਰਨ ਨੂੰ ਵਾਪਸ ਲੈਣਾ ਚਾਹੁੰਦੇ ਹਾਂ। ਮੈਂ ਕਾਫੀ ਸਾਰੇ ਹੁਣ ਵੀਡੀਓਜ਼ YouTube 'ਤੇ ਮੇਰੇ ਹੁੰਦੇ ਨੇ। ਇੱਕ ਲੇਟੈਸਟ ਹੁਣ ਕੱਲ ਰਿਲੀਜ਼ ਹੋਇਆ, ਵਾਈ ਸ਼ੁੱਡ ਨਾਟ ਡਿਲੇ ਮਾਈ ਜੁਆਇੰਟ ਰਿਪਲੇਸਮੈਂਟ, ਜਿਸ ਵਿੱਚ ਮੈਂ ਆਵਾਮ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਲੇਟ ਕਰਦੇ ਹਾਂ ਤਾਂ ਫਰਕ ਹੀ ਪੈਂਦਾ ਹੈ। ਕਿਉਂਕਿ ਬਹੁਤ ਲੋਕ ਇਹੀ ਸੋਚਦੇ ਹੈ ਕਿ ਮੈਂ ਆਪਰੇਸ਼ਨ ਕਰਾ ਲਾਂਗਾ ਨਾਰਮਲ ਹੋ ਜਾਵਾਂਗਾ। ਉਹ ਇਹ ਰਿਅਲਾਈਜ਼ ਨਹੀਂ ਕਰ ਪਾਉਂਦੇ ਕਿ ਜਿੰਨਾ ਮੇਰਾ ਸਿਚੁਏਸ਼ਨ ਵਰਸ ਹੋ ਚੁੱਕਿਆ ਹੋਏਗਾ, ਮੇਰੇ ਵਾਪਸੀ ਦੇ ਰਸਤੇ ਉਨੇ ਮੁਸ਼ਕਿਲ ਹੋ ਜਾਣਗੇ ਜੀ। ਤੇ ਜਦੋਂ ਅਸੀਂ ਡਿਲੇ ਕਰਦੇ ਹਾਂ, ਅਸੀਂ ਦੂਸਰੇ ਜੁਆਇੰਟਸ ਨੂੰ ਖਰਾਬ ਕਰਦੇ ਹਾਂ, ਅਸੀਂ ਬੈਕ ਨੂੰ ਖਰਾਬ ਕਰਦੇ ਹਾਂ, ਆਪਣੀ ਮਸਲਸ ਨੂੰ ਵੀਕ ਕਰਦੇ ਹਾਂ, ਅਸੀਂ ਉਸ ਦੇ ਨਾਲ ਨਾਲ ਆਪਣੇ ਹੋਰ ਮੈਡੀਕਲ ਇਸ਼ੂਜ਼, ਜਿਵੇਂ ਇੱਕ ਇਨਸਾਨ ਹੈ, ਅਸੀਂ ਕਹਿੰਦੇ ਹਾਂ ਕਿ ਸਾਨੂੰ ਵੀ ਰੈਗੂਲਰ ਤੁਰਨਾ ਚਾਹੀਦਾ ਆਪਣੇ ਹਾਰਟ ਨੂੰ ਐਕਟਿਵ ਰਹਿਣ ਲਈ, ਆਪਣੀ ਸ਼ੂਗਰ ਨੂੰ ਕੰਟਰੋਲ ਕਰਨ ਲਈ। ਜੇ ਤੁਹਾਡਾ ਤੁਰਨਾ ਫਿਰਨਾ ਘਟ ਗਿਆ, ਤੁਹਾਡਾ ਹਾਰਟ ਵੀ ਬਲੌਕ ਹੋਏਗਾ, ਤੁਹਾਨੂੰ ਸ਼ੂਗਰ ਵੀ ਵਧੇਗੀ, ਤੁਹਾਡਾ weight ਪੁੱਟ ਆਨ ਹੋਏਗਾ, ਤੁਹਾਨੂੰ ਅਦਰ ਕੰਪਲਿਕੇਸ਼ਨਸ ਨਾਲ ਆਉਣਗੀਆਂ। ਸੋ ਅਸੀਂ ਜਿੰਨੀ ਚੀਜ਼ਾਂ ਨੂੰ ਡੈਮੇਜ ਕਰਨ ਤੋਂ ਪਹਿਲਾਂ ਆਪਣੀ ਐਕਟੀਵਿਟੀ ਨੂੰ ਵਾਪਸ ਲਿਆਈਏ, ਉਹਨਾਂ ਬੈਟਰ ਆਊਟਕਮਸ ਨੇ ਜੀ। ਹੁਣ ਜਿਹੜੀ ਨਵੀਂ ਸਰਜੀਕਲ ਟੈਕਨੀਕਸ ਨੇ, ਇਹਦੇ ਵਿੱਚ ਮੈਂ ਹੱਸਦਾ ਹੁੰਦਾ ਕਿ ਅੱਜ ਦੇ ਯੁੱਗ ਵਿੱਚ ਕੋਈ ਤੁਹਾਨੂੰ ਐਕਸਪਰਟ ਆਪਰੇਟ ਕਰੇ, ਟੌਪ ਮੋਸਟ ਟੈਕਨੋਲੋਜੀ ਯੂਜ਼ ਹੋਏ, ਤੇ ਕੋਈ ਬਦਨਸੀਬ ਚਾਹੀਦਾ ਨਾ ਚੰਗਾ ਹੋਣ ਲਈ। ਆਲਮੋਸਟ ਯੂ ਕੈਨ ਐਕਸਪੈਕਟ 99.5% ਪੋਜ਼ਿਟਿਵ ਆਊਟਕਮਸ ਜੀ। ਇਹ ਦੁਨੀਆ ਦੀ ਅੱਜ ਸਭ ਤੋਂ ਰਿਜ਼ਲਟ ਓਰੀਐਂਟਡ ਸਰਜਰੀ ਹੈ। ਤੇ ਇਸੇ ਲਈ ਅੱਜ ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਅਸੀਂ ਯਾਰ ਜੇ ਇੱਕ ਸਾਲ 'ਚ ਮੈਂ 3 ਤੋਂ ਲੈ ਕੇ 4000 ਨੀ ਸਰਜਰੀਜ਼ ਕਰਦਾ, ਇਹ ਸਾਰੇ ਤੁਸੀਂ ਦੇਖ ਕੇ ਆਉਂਦੇ ਨੇ ਜੀ। ਅਸੀਂ ਜਿੰਨਾ ਨੁਕਸਾਨ ਕਰਨ ਤੋਂ ਪਹਿਲਾਂ, ਆਈ ਥਿੰਕ ਆਵਾਮ ਲਈ ਜਿਹੜਾ ਮੇਰਾ ਮੈਸੇਜ ਸਾਰੇ ਸਰੋਤਾਵਾਂ ਨੂੰ ਰਹੇਗਾ ਕਿ ਜ਼ਰੂਰੀ ਨਹੀਂ ਹੈ ਗਾੜੀ ਸੜਕ ਤੇ ਖੜੀ ਹੋਏਗੀ ਤੇ ਸਮਝਾਂਗੇ ਸਾਡੀ ਗੱਡੀ ਦੀ ਬੈਟਰੀ ਵੀਕ ਹੈ। ਅਸੀਂ ਉਸ ਤੋਂ ਪਹਿਲੇ ਵੀ ਇਸ ਗੱਲ ਨੂੰ ਸਮਝ ਸਕਦੇ ਹਾਂ। 50 ਸਾਲ ਤੋਂ ਬਾਅਦ ਲਾਈਫ ਦੀ ਬੈਕ ਕਾਊਂਟਿੰਗ ਸਟਾਰਟ ਹੁੰਦੀ ਹੈ। ਅਸੀਂ ਆਪਣੇ 5 7 ਸਾਲ 10 ਸਾਲ ਬਰਬਾਦ ਕਰਨ ਤੋਂ ਬਾਅਦ ਉਹ ਸਟੈਪ ਕੀਤਾ ਤੇ ਅਸੀਂ ਬਹੁਤ ਸਾਰੇ ਫਰੂਟਫੁਲ ਈਅਰਸ ਆਫ ਲਾਈਫ ਵੇਸਟ ਕੀਤੇ। ਸਰਜਨ ਲਈ ਕੰਮ ਔਖਾ ਸੀ ਸੌਖਾ ਸੀ, ਉਹ ਸੈਕੰਡਰੀ ਹੈ ਜੀ, ਲੇਕਿਨ ਬੜਾ ਇੰਪੋਰਟੈਂਟ ਹੈ ਇਹ ਨਹੀਂ ਹਾਊ ਮੈਨੀ ਈਅਰਸ ਵੀ ਲਿਵ, what is the quality of years we live. Life is not calculated by years, life is calculated by what fun we had in our life, how active we were। ਤੇ ਇਸ ਲਈ ਆਪਣੀ ਐਕਟੀਵਿਟੀ ਬਹੁਤ ਜ਼ਰੂਰੀ ਹੈ, ਆਪਣੀ ਡੇਲੀ ਕੋਰਸ ਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ ਜੀ। ਡਾਕਟਰ ਸਾਹਿਬ, ਕੁਝ ਲੋਕ ਸੋਚ ਲੈਂਦੇ ਨੇ ਕਿ ਸਾਡੀ ਉਮਰ ਜ਼ਿਆਦਾ ਹੋ ਗਈ ਹੈ, ਹੁਣ ਅਸੀਂ ਮਤਲਬ ਏਜ ਇਜ਼ ਜਸਟ ਅ ਨੂਮੈਰੀਕਲ ਨੰਬਰ, ਅਕਸਰ ਮੈਂ ਤੁਹਾਨੂੰ ਵੀ ਕਹਿੰਦੇ ਸੁਣਿਆ। ਸੋ ਰਿਐਲਿਟੀ ਹੈ ਇਹ, ਕਿਉਂਕਿ ਮੈਡੀਕਲ ਸਾਇੰਸ ਨੇ ਇੰਨੀ ਕੁ ਤਰੱਕੀ ਕਰ ਲਈ ਹੈ ਕਿ ਕੁਝ ਵੀ ਪੋਸੀਬਲ ਹੈ। ਪਰ ਕੁਝ ਲੋਕ ਸੋਚ ਲੈਂਦੇ ਕਿ ਹੁਣ ਸਾਡੀ ਏਜ ਜ਼ਿਆਦਾ ਹੋ ਗਈ ਆ, ਅਸੀਂ ਮਤਲਬ ਨੀ ਰਿਪਲੇਸਮੈਂਟ ਦੇ ਲਈ ਜਾਵਾਂਗੇ ਜਾਂ ਕੁਝ ਇੱਦਾਂ ਜੁਆਇੰਟ ਰਿਪਲੇਸਮੈਂਟ ਦੇ ਲਈ ਜਾਵਾਂਗੇ ਤੇ ਸਾਨੂੰ ਬਹੁਤ ਸਾਰੀਆਂ ਕੰਪਲਿਕੇਸ਼ਨਸ ਆਉਣਗੀਆਂ। ਬਹੁਤ ਸਾਰੀਆਂ ਧਾਰਨਾਵਾਂ ਨੇ ਕਿ ਨਹੀਂ ਜੀ, ਨੋਰਮਲੀ ਲੋਕ, ਮੈਂ ਪੜ੍ਹੇ ਲਿਖੇ ਲੋਕਾਂ ਨੂੰ ਇਹ ਗੱਲ ਕਰਦੇ ਸੁਣਿਆ, ਨਾ ਜੀ ਜੋ ਐਕਚੁਅਲ ਹੈਗਾ ਉਹ ਤਾਂ ਐਕਚੁਅਲ ਗਿਆ ਜੀ, ਅਸੀਂ ਚੀਰਾ ਲਗਾ ਦਾਂਗੇ ਜਾਂ ਇੱਦਾਂ ਕਰ ਦਾਂਗੇ, ਪਹਿਲੇ ਵਾਲੇ ਸਵਾਦ ਨਾਲੋਂ ਵੀ ਜਾਵਾਂਗੇ। ਜਦੋਂ ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ, ਖਾਸ ਕਰਕੇ ਇੱਦਾਂ ਦੀਆਂ ਧਾਰਨਾਵਾਂ ਨੇ ਸਾਡੀ ਪਬਲਿਕ ਦੇ ਵਿੱਚ। ਸਾਡੇ ਪੰਜਾਬੀਆਂ 'ਚ 3-4 ਧਾਰਨਾਵਾਂ ਤੁਸੀਂ ਬਿਲਕੁਲ ਠੀਕ ਕਹੀਆਂ, ਬਹੁਤ ਕਾਮਨ ਨੇ। ਨੰਬਰ 1,
ਜਿੰਨਾ ਚਿਰ ਗੁਜ਼ਾਰਾ ਚੱਲਦਾ ਹੈ ਕਰੀ ਚੱਲੋ। ਚੱਲੀ ਚੱਲੋ। ਠੀਕ ਹੈ ਨਾ, ਮੈਂ ਕਾਰਨ ਪੁੱਛਦਾ ਕਾਰਨ ਕੀ ਹੈ, ਤੁਸੀਂ ਮੇਰੀ ਜਗ੍ਹਾ ਖੜੇ ਹੋ ਕੇ ਮੈਨੂੰ ਕੋਈ ਨਹੀਂ ਕਹਿੰਦਾ ਕਿ ਡਾਕਟਰ ਸਾਹਿਬ ਮੈਂ ਅਫੋਰਡ ਨਹੀਂ ਕਰ ਸਕਦਾ ਸੀ, ਮੈਂ ਤਾਂ ਹੁਣ ਅਫੋਰਡ ਕਰਨਾ ਸ਼ੁਰੂ ਹੋ ਗਿਆ। ਕਾਰਨ ਸਭ ਤੋਂ ਪਹਿਲਾਂ ਜਿਹੜੀ ਚੀਜ਼ ਨੈਚੁਰਲ ਹੁੰਦੀ ਨਾ ਉਹ, ਤੇ ਇਸ ਲਈ ਬਿਲਕੁਲ ਸਾਰੇ ਲੋਕਾਂ ਨੂੰ ਦੱਸਣਾ ਚਾਹੂੰਗਾ ਕਿ ਇਹ ਨਹੀਂ ਕਿ ਜਿਹੜਾ ਤੁਹਾਡਾ ਜੁਆਇੰਟ ਖਰਾਬ ਹੋਇਆ, ਅਸੀਂ ਗੋਡਿਆ ਚੂਲਾ ਦਾ ਜੋੜ ਬਾਹਰ ਕੱਢਤਾ ਤਾਂ ਨਕਲੀ ਸਟੀਲ ਪਲਾਸਟਿਕ ਦਾ ਗੋਡਾ ਫਿੱਟ ਕਰਤਾ। ਜਿਵੇਂ ਅਸੀਂ ਕਹਿੰਦੇ ਹਾਂ ਮੇਰੀ ਦੀਵਾਰ ਦਾ ਪਲਾਸਟਰ ਖਰਾਬ ਹੋ ਗਿਆ, ਅਸੀਂ ਛਿਲਦੇ ਨਵੀਂ ਕੋਟਿੰਗ ਕਰਦੇ ਹਾਂ। ਮੇਰਾ ਟਾਇਰ ਘਿਸਦਾ ਹੈ, ਉਸ ਤੇ ਨਵੀਂ ਰਬਰ ਦੀ ਰੀਟ੍ਰੈਡਿੰਗ ਕਰਦੇ ਹਾਂ ਜੀ। ਜਾਂ ਇੱਕ ਸਿੰਪਲ ਹੋਰ ਲੈਂਗੁਏਜ ਤੇ ਗੱਲ ਕਰਾਂ, ਪੁਰਾਣੇ ਜ਼ਮਾਨੇ 'ਚ ਕੋਈ ਦੰਦ ਖਰਾਬ ਹੁੰਦਾ ਸੀ, ਅਸੀਂ ਕੱਢ ਕੇ ਉਹਨੂੰ ਨਕਲੀ ਸੋਨੇ ਦਾ ਦੰਦ ਫਿੱਟ ਕਰਦੇ ਸੀ, ਲੇਕਿਨ ਅੱਜ ਦੀ ਡੇਟ ਵਿੱਚ ਅਸੀਂ ਉਸ ਦੀ ਫਿਲਿੰਗ ਕਰਕੇ ਇੱਕ ਕਰਾਊਨ ਕੈਪਿੰਗ ਕਰਦੇ ਹਾਂ। ਇਸੇ ਤਰ੍ਹਾਂ ਨਾਲ ਅੱਜ ਦੀ ਨਿਊ ਸਰਜਰੀ ਜਿਹੜੀ ਮੈਂ ਰੀਸਰਫੇਸਿੰਗ ਕਰਦਾ, ਇਹਦੇ ਵਿੱਚ ਅਸੀਂ ਸਾਰੇ ਲਿਗਾਮੈਂਟਸ ਨੈਚੁਰਲ ਛੋੜਦੇ ਹਾਂ, ਸਿਰਫ ਜੁਆਇੰਟ ਦੀ ਉੱਪਰ ਵਾਲੀ ਲੇਅਰ ਨੂੰ ਸਕ੍ਰੇਪ ਕਰਕੇ ਉਹਦੇ ਉੱਪਰ ਇੱਕ ਨਵੀਂ ਕੈਪਿੰਗ ਆਉਂਦੀ ਹੈ। ਇਸ ਲਈ ਤੁਹਾਨੂੰ ਕਦੀ ਫੀਲਿੰਗ ਵੀ ਨਹੀਂ ਆਏਗੀ ਮੇਰੀ ਕਦੀ ਸਰਜਰੀ ਹੋਈ ਹੈ। ਪਾਰਸ਼ੀਅਲ ਨੀ ਸਰਜਰੀ, ਜਿਸ ਨੂੰ ਪਾਰਸ਼ੀਅਲ ਹੈ ਜਾਂ ਕੰਪਲੀਟ ਲਾਈਨਿੰਗ ਹੈ, ਡਿਪੈਂਡਿੰਗ ਔਨ ਇਟ। ਉਹਦੇ ਲਈ ਮੇਰਾ ਇੱਕ ਪੇਟੈਂਟ ਹੈ ਜਿਹਨੂੰ ਮੈਂ ਕਹਿੰਦਾ ਨੈਚੁਰਲ ਨੀ ਰੀਸਰਫੇਸਿੰਗ ਜਿਹੜੀ ਮੈਂ ਕਰਦਾ, ਜਿਹਦੇ ਵਿੱਚ ਮੈਂ ਸਾਰੇ ਲਿਗਾਮੈਂਟਸ ਨੈਚੁਰਲ ਛੁੱਟਦਾ, ਤਾਂ ਕਿ ਤੁਸੀਂ ਬਾਅਦ 'ਚ ਭੰਗੜਾ ਪਾਣਾ ਹੈ, ਤੁਸੀਂ ਪੌੜੀਆਂ ਚੜ੍ਹਨੀ ਹੈ, ਸਵਿਮਿੰਗ ਕਰਨਾ ਹੈ, ਡਾਂਸ ਕਰਨਾ ਹੈ, ਪਹਾੜ ਚੜ੍ਹਨਾ, ਜਿਹੜੀ ਚੀਜ਼ ਕਰਨੀ ਹੈ ਕਰੋ, ਅਸੀਂ ਕਿਸੇ ਚੀਜ਼ ਨੂੰ ਰੋਕਦੇ ਨਹੀਂ ਜੀ। ਅਸੀਂ ਸਾਰੀ ਐਕਟੀਵਿਟੀਜ਼ ਨੂੰ ਉਸੇ ਲੈਵਲ ਤੇ ਜੀ ਸਕਨੇ ਆ ਜੀ। ਸੈਕਿੰਡ ਜਿਹੜਾ ਇਹਦੇ ਵਿੱਚ ਹੁੰਦਾ ਹੈ ਕਿ ਮੇਰੀ ਐਕਟੀਵਿਟੀ ਨਹੀਂ ਆਏਗੀ ਜਾਂ ਮੇਰੀ ਲਾਈਫ ਬੜੀ ਜ਼ਿਆਦਾ ਹੈ। ਮੈਂ ਯੰਗੈਸਟ ਪੇਸ਼ੈਂਟ ਜਿਹੜੇ ਆਪਰੇਟ ਕਰਦਾ ਗਠੀਆ ਦੇ, ਕੋਈ ਵਾਰੀ ਬੱਚੇ ਹੁੰਦੇ 17-18 ਈਅਰਸ ਦੇ, ਮਤਲਬ ਸਟੂਡੈਂਟਸ ਹੈ, ਅਸੀਂ ਉਹਨਾਂ ਨੂੰ ਕਹਿੰਦੇ ਨਾਰਮਲ ਲਾਈਫ ਜੀਓਗੇ। ਜਾਂ ਕਈ ਵਾਰੀ ਪੇਸ਼ੈਂਟਸ 100+ ਹੁੰਦੇ ਨੇ। ਅਸੀਂ ਮੈਡੀਕਲੀ ਇਹ ਦੇਖਦੇ ਹਾਂ ਕਿ ਕਿਸੇ ਵੀ ਇਨਸਾਨ ਦੇ ਵਿੱਚ 2 ਇਅਰਸ ਪਲੱਸ ਆਫ ਲਾਈਫ ਐਕਸਪੈਕਟੈਂਸੀ ਪੋਸੀਬਲ ਹੈ, ਉਹਨੂੰ ਅੱਛੀ ਲਾਈਫ ਜੀਣ ਦਾ ਮੌਕਾ ਮਿਲਣਾ ਚਾਹੀਦਾ ਹੈਗਾ ਜੀ। ਮੇਨ ਬਹੁਤ ਲੋਕੀ ਹੁੰਦੇ ਨੇ, ਡਾਕਟਰ ਸਾਹਿਬ ਮੇਰੀ ਏਜ ਬੜੀ ਛੋਟੀ ਹੈ, ਮੈਨੂੰ ਲੋਕਾਂ ਨੇ ਕਿਹਾ ਜਿੰਨਾ ਚਿਰ ਤੁਸੀਂ ਲੰਘਾ ਸਕਦੇ ਹੋ ਲੰਘਾਓ। ਅਗੇਨ ਪੁਰਾਣੇ ਜ਼ਮਾਨੇ ਦੀ ਧਾਰਨਾ, ਪੁਰਾਣੇ ਜ਼ਮਾਨੇ 'ਚ ਕੀ ਸੀਗਾ ਕਿ ਜਿਹੜੇ ਸਿਸਟਮਸ ਆਉਂਦੇ ਸੀਗੇ ਉਹਦੀ ਲਾਈਫ 10-12 ਸਾਲ ਹੁੰਦੀ ਸੀ, ਉਸ ਤੋਂ ਬਾਅਦ ਕਿਸੇ ਨੂੰ ਪਤਾ ਨਹੀਂ ਸੀ ਕੀ ਕਰਨਾ ਹੈ। ਇਸ ਲਈ ਇੱਕ ਧਾਰਨਾ ਬਣ ਗਈ, ਇੱਕ ਜਿਸ ਤਰ੍ਹਾਂ ਰਾਮਬਾਣ ਹੈ, ਜਿੰਨਾ ਦੂਰ ਜਾ ਕੇ ਚਲਾਓਗੇ ਉਨਾ ਵਧੀਆ ਜੀ। ਅੱਜ ਦੀ ਡੇਟ ਵਿੱਚ ਮੈਂ ਸਭ ਨੂੰ ਸਮਝਾਉਂਦਾ ਹੁੰਦਾ ਕਿ ਮੰਨ ਲਓ ਤੁਹਾਡੇ ਕੋਲ ਬੈਸਟ ਵਹੀਕਲ ਹੈ ਜੀ, ਤੁਸੀਂ ਕਹੋਗੇ ਯਾਰ ਮੈਂ ਗੱਡੀ ਨਹੀਂ ਚਲਾਣੀ, ਮੇਰੇ ਪਹੀਏ ਕਿਸ ਜਾਣਗੇ, ਇਹ ਸਟੋਰੀ ਕੋਈ ਡਿਸਕਸ ਨਹੀਂ ਕਰਨਾ, ਕਿਸ ਜਾਣਗੇ ਦੁਬਾਰਾ ਹੋ ਜਾਣਗੇ ਜੀ। ਬਿਲਕੁਲ। ਤੇ ਨੰਬਰ 1 ਅੱਜ ਦੀ ਡੇਟ ਵਿੱਚ ਜਿਹੜੀ ਬੈਸਟ ਟੈਕਨੋਲੋਜੀ ਜਿਹੜੇ ਅਸੀਂ ਯੂਜ਼ ਕਰਦੇ ਹਾਂ, ਗੋਲਡ ਔਨ ਗੋਲਡ ਸਿਸਟਮਸ, ਇਸ ਦੀ ਟੈਸਟਿੰਗ ਆਲਮੋਸਟ 30 ਇਅਰਸ ਦੀ ਹੈ। ਮਤਲਬ ਕਿ ਨਾਰਮਲ ਇਨਸਾਨ ਲਈ ਉਹ ਲਾਈਫ ਟਾਈਮ ਹੈ ਜੀ। ਲੇਕਿਨ ਜੇ ਰੱਬ ਨੇ ਤੁਹਾਡੀ ਉਮਰ ਜ਼ਿਆਦਾ ਲਿਖੀ ਹੈ ਤਾਂ ਦੁਬਾਰਾ ਹੋ ਜਾਏਗਾ। ਜਿਸ ਕਾਰ ਹੈ, ਮੈਂ ਗੱਡੀ ਚਲਾਣੀ ਹੋਗੀ ਟਾਇਰ, ਤੇ ਇਸ ਲਈ ਅਸੀਂ ਆਪਣੀ ਐਕਟਿਵ ਫਰੂਟਫੁਲ ਈਅਰਸ, ਕੋਈ ਲੇਡੀ 45 ਦੀ ਹੈ, ਉਹ ਵਿਚਾਰੀ ਆਪਣੇ ਐਕਟਿਵ ਫਰੂਟਫੁਲ ਈਅਰਸ ਪੈ ਨਾ 45 ਤੋਂ 65 ਤੱਕ ਉਹ ਅਪਾਹਿਜ ਹੋਏਗੀ ਤੇ 65 ਤੇ ਜਾ ਕੇ ਸੋਚੇਗੀ ਨਹੀਂ। ਤੁਸੀਂ ਆਪਣੀ ਲਾਈਫ ਨੂੰ ਐਕਟਿਵ ਕਰੋ। ਜੇ ਰੱਬ ਨੇ ਤੁਹਾਡੀ ਉਮਰ ਉਸ ਤੋਂ ਲੰਬੀ ਲਿਖੀ ਹੈ, ਮੈਨੂੰ ਅੱਧਾ ਘੰਟਾ ਹੋਰ ਲੱਗੇਗਾ, ਦੁਬਾਰਾ ਰੀਡੂ ਹੋ ਜਾਏਗਾ ਜੀ। ਸਰ ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਏਜ ਦੀ ਗੱਲ ਕਰ ਰਹੇ ਹਾਂ, ਕਈ ਵਾਰ ਮਤਲਬ ਇਹ ਪ੍ਰੋਬਲਮ ਜਿਹੜੀ ਹੈ ਏਜ ਦੇ ਨਾਲ ਆਉਣੀ ਹੀ ਆਉਣੀ ਹੈ। ਕਈਆਂ ਨੂੰ ਅਰਲੀ ਆ ਜਾਂਦੀ ਹੈ, ਜਿਵੇਂ ਅਸੀਂ ਕੁਝ ਲੋਕ ਜਿਮ ਦੇ ਵਿੱਚ ਜਾਂਦੇ ਆ, ਉੱਥੇ ਕਈ ਗਲਤੀਆਂ ਕਰ ਲੈਂਦੇ ਆ, ਮਤਲਬ ਲਾਈਕ ਪ੍ਰੋਪਰ ਟ੍ਰੇਨਰ ਨਹੀਂ ਅਵੇਲੇਬਲ ਹੁੰਦੇ, ਪਤਲੇ ਹੋਣ ਦੀ ਦੌੜ ਹੈ ਵੀ ਅਸੀਂ ਐਕਸਰਸਾਈਜ਼ ਵੱਧ ਤੋਂ ਵੱਧ ਕਰਨੀ ਹੈ, ਟ੍ਰੈਡਮਿਲ ਕਿੰਨੀ ਦੇਰ ਕਰੀ ਜਾਣਗੇ, ਵਾਈਬ੍ਰੇਟਰ ਲਈ ਜਾਣਗੇ, ਮਤਲਬ ਨੌਲੇਜ ਨਹੀਂ ਹੈ। ਫਿਰ ਇੱਕ ਉਮਰ ਆਉਂਦੀ ਹੈ ਕਿ ਹਾਂਜੀ ਏਜ ਦੇ ਨਾਲ ਇਹ ਪ੍ਰੋਬਲਮ ਹਰ ਕਿਸੇ ਨੂੰ ਆਉਣੀ ਹੀ ਆਉਣੀ ਹੈ। ਸਾਡਾ ਖਾਣ ਪੀਣ ਕਿੱਦਾਂ ਦਾ ਹੋਵੇ, ਸਾਡਾ ਲਾਈਫ ਸਟਾਈਲ ਕਿੱਦਾਂ ਦਾ ਹੋਵੇ, ਇਹ ਲਾਈਫ ਸਟਾਈਲ ਵੀ ਇੱਕ ਕਾਰਨ ਮੰਨਦੇ ਹੋ ਕਿ ਏਜ ਦੇ ਨਾਲ ਹਰ ਪਰਸਨ ਨੂੰ ਇਹ ਪ੍ਰੋਬਲਮ ਆਉਣੀ ਹੀ ਆਉਣੀ ਹੈ? ਲਾਈਫ ਸਟਾਈਲ ਸੁਖਬੀਰ ਜੀ ਬਹੁਤ ਵੱਡਾ ਰੀਜ਼ਨ ਹੈ। ਮੈਂ ਇਹਦੇ ਵਿੱਚ ਉਹਨੇ ਰੀਸੈਂਟ ਕੰਟਰੀ ਰਿਪੋਰਟਸ ਦਿੱਤੀਆਂ ਨੇ ਜੀ। ਸਾਡਾ ਮੈਜੋਰਿਟੀ ਲੋਟ ਜਿਹੜਾ ਸੀਗਾ ਉਹ ਪਹਿਲਾਂ 60 ਸਾਲ ਤੋਂ ਉੱਪਰ ਵਾਲਾ ਹੁੰਦਾ ਸੀਗਾ। ਹੁਣ ਜਿਹੜੀ ਮੈਂ ਸਾਲ ਦੇ ਆਲਮੋਸਟ 4000 ਦੇ ਕੋਲ ਨੀ ਸਰਜਰੀਜ਼ ਕਰ ਰਿਹਾ, ਇਹਦੇ ਵਿੱਚੋਂ 1700-1800 ਪੇਸ਼ੈਂਟਸ 55 ਸਾਲ ਤੋਂ ਘੱਟ ਵਾਲੇ ਨੇ। ਦੈਟ ਮੀਨਸ ਲਾਈਫ ਸਟਾਈਲ ਉਹਦੇ 2 ਕਾਰਨ ਹੋ ਸਕਦੇ ਨੇ ਅੰਦਰ। ਪਹਿਲਾ ਇਹ ਕਿ ਕੌਨਫੀਡੈਂਸ ਆ ਰਿਹਾ, ਠੀਕ ਹੈ, ਪੋਜ਼ਿਟਿਵਿਟੀ ਆ ਰਹੀ ਹੈ, ਲੋਕ ਆਪਣੀ ਲਾਈਫ ਨੂੰ ਇੱਕ ਛੋਟੀ ਸਟੇਜ ਤੇ ਬੈਟਰ ਕਰਨਾ ਚਾਹੁੰਦੇ ਨੇ। ਲੇਕਿਨ ਦੂਸਰਾ ਇਹ ਇੱਕ ਸੌਰਟ ਆਫ ਨੈਗੇਟਿਵ ਗਿਫਟ ਹੈ ਲਾਈਫ ਸਟਾਈਲ, ਜਿਹੜਾ ਸੈਡੈਂਟਰੀ ਲਾਈਫ ਸਟਾਈਲ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਅੱਜ ਦੀ ਨਵੀਂ ਪੀੜ੍ਹੀ ਦੇ ਲੋਕੀ ਨੇ ਜਿਹੜੇ ਕਹਿੰਦੇ ਕਿ ਮੈਂ ਫੁੱਲ ਡੇ, ਮੈਂ IT 'ਚ ਹਾਂ, ਮੈਂ ਬੈਂਕ 'ਚ ਹਾਂ, ਮੈਂ ਓਵਰਨਾਈਟ ਅਮਰੀਕਾ ਨਾਲ ਕੋਆਰਡੀਨੇਟ ਕਰਦੇ ਹਾਂ। ਉਹ ਐਕਟੀਵਿਟੀ ਨਹੀਂ ਕਰ ਰਹੇ, ਉਹ ਕੰਮ ਜ਼ਰੂਰ ਕਰ ਰਹੇ ਆ ਲੇਕਿਨ ਐਕਟੀਵਿਟੀ ਨਹੀਂ ਕਰ ਰਹੇ। ਤਾਂ ਫਿਜ਼ੀਕਲ ਐਕਟੀਵਿਟੀ, ਜਿਹੜੇ ਸਾਡੇ ਬਜ਼ੁਰਗ ਕਹਿੰਦੇ ਸੀਗੇ ਫਿਜ਼ੀਕਲ ਐਕਟੀਵਿਟੀ ਬਹੁਤ ਅਹਿਮ ਹੈ ਇੱਕ ਇਨਸਾਨ ਲਈ, ਅਸੀਂ ਅੱਜ ਉਹ ਫਿਜ਼ੀਕਲ ਐਕਟੀਵਿਟੀ ਨੂੰ ਲੂਜ਼ ਕਰ ਰਹੇ ਹਾਂ ਜੀ। ਨੰਬਰ 2 ਬੇਸਿਕ ਕੋਰਸ, ਜਿਵੇਂ ਕੋਈ ਇੱਕ ਇਨਸਾਨ ਹੈ ਜਿਹੜਾ ਜਵਾਨੀ 'ਚ ਬੜਾ ਅੱਛਾ ਐਥਲੀਟ ਸੀਗਾ, ਲੇਕਿਨ ਉਸ ਤੋਂ ਬਾਅਦ ਵੀ ਭੁੱਲਦਾ ਹੀ ਨਹੀਂ ਹੈ ਕਿ ਮੈਂ ਯਾਰ ਮੇਰੀ ਉਮਰ 40-45-50 ਸਾਲ ਹੋ ਗਈ ਹੈ, ਉਹ ਅੱਜ ਵੀ ਸੜਕਾਂ 'ਤੇ ਦੌੜਨਾ ਚਾਹੁੰਦਾ ਹੈ। ਇਹ ਤੁਹਾਡੇ ਜੁਆਇੰਟਸ 'ਚ ਆਰਥਰਾਈਟਿਸ ਹੈ, ਤੁਸੀਂ ਇਹਨੂੰ ਹਾਰਡ ਫਲੋਰ 'ਤੇ ਰਨਿੰਗ ਨਹੀਂ ਕਰੋਗੇ, ਸੌਫਟ ਗਰਾਊਂਡਸ 'ਤੇ ਕਰ ਲਓ ਜੀ। ਸਿਮਿਲਰਲੀ ਹਾਈ ਅਮਾਊਂਟ ਆਫ ਇੰਪੈਕਟ ਐਕਟੀਵਿਟੀਜ਼, ਜਿਸ ਤਰ੍ਹਾਂ ਜੰਪਿੰਗ ਐਕਟੀਵਿਟੀਜ਼ ਹੈ, ਉਹਨੂੰ ਅਸੀਂ ਰੋਕ ਸਕਦੇ ਹਾਂ। ਜਿਹਦੇ ਜੁਆਇੰਟਸ ਡੈਮੇਜ ਨੇ ਉਹਨੂੰ ਬਹੁਤਾ ਚਿਰ ਚੌਂਕੜੀ ਮਾਰ ਕੇ ਨਹੀਂ ਬੈਠਣਾ ਚਾਹੀਦਾ। ਸਾਡੇ ਪੰਜਾਬੀਆਂ ਦੇ ਕਲਚਰ ਦੇ ਵਿੱਚ ਧਾਰਨਾ ਹੈ ਕਿ ਪੁੰਜੇ ਜ਼ਮੀਨ 'ਤੇ ਬਹਿਣਾ ਹੈਗਾ।
ਤੁਸੀਂ ਇੱਕ ਸਿੰਪਲ ਲੈਂਗੁਏਜ ਲਓ, ਇੱਕ ਸੈਂਡ ਪੇਪਰ ਜਿਹੜਾ ਰੇਗਮਾਰ ਹੁੰਦਾ ਹੈ, ਤੁਸੀਂ ਉਹਨੂੰ ਜਿੱਥੇ ਵੀ ਰਬ ਕਰੋਗੇ ਉਹ ਗ੍ਰਾਈਂਡ ਹੀ ਕਰੇਗਾ। ਬਿਲਕੁਲ। ਜੇ ਤੁਹਾਡੀ ਹੱਡੀਆਂ ਦੀ ਕੋਟਿੰਗ ਖਰਾਬ ਹੋ ਰਹੀ ਹੈ, ਤੁਸੀਂ ਉੱਤੇ ਆਈਸਿੰਗ ਔਨ ਦਾ ਕੇਕ ਕੀ ਕਰੋਗੇ, ਪੈਰਾ ਪਾਰ ਜ਼ੋਰ ਲਾ ਕੇ ਬਹਿ ਗਏ ਤੇ ਜਿਹੜਾ ਪੋਰਸ਼ਨ ਨਹੀਂ ਖਰਾਬ ਸੀ ਉਹ ਵੀ ਖਰਾਬ ਹੋ ਗਿਆ। ਤੇ ਇਸ ਲਈ ਡੂਜ਼ ਐਂਡ ਡੋਂਟਸ ਬਹੁਤ ਇੰਪੋਰਟੈਂਟ ਹੈ। ਮੇਰੇ ਕਾਫੀ ਸਾਰੇ ਨਿਊਜ਼ਪੇਪਰ ਆਰਟੀਕਲਸ ਆਉਂਦੇ ਨੇ, ਹਾਊ ਟੂ ਕੀਪ ਯਰ ਜੁਆਇੰਟ ਸਟੇ ਹੈਲਦੀ ਐਂਡ ਐਕਟਿਵ, ਸੁਪਰ ਫੂਡਸ ਫॉर ਜੁਆਇੰਟ ਹੈਲਥ, ਸਾਨੂੰ ਕਿਹੜੇ ਉਹ ਜੋ ਕਿ ਇੰਟਰਨੈਟ ਤੇ YouTube ਤੇ ਅਵੇਲੇਬਲ ਨੇ। ਤੇ ਇਸ ਲਈ ਅਸੀਂ ਹਮੇਸ਼ਾ ਜਾਣਨਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਡਾਈਟ ਹੈ ਉਹਦੇ 'ਚ ਸ਼ੂਗਰ ਤੇ ਫੈਟਸ ਦੋ ਚੀਜ਼ਾਂ ਘੱਟ ਤੋਂ ਘੱਟ ਹੋਣੀ ਚਾਹੀਦੀਆਂ, ਕਿਉਂਕਿ ਪੰਜਾਬੀਆਂ ਦੇ ਮੂੰਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ। ਅਸੀਂ ਮਾਝੇ ਵਾਲੇ ਹਾਂ, ਸਾਡੇ ਉੱਥੇ ਤੇ ਕਹਿੰਦੇ ਅਸੀਂ ਜਿੰਨਾ ਹੀ ਖਾਣ ਲਈ ਆ ਜੀ ਬਿਲਕੁਲ ਬਿਲਕੁਲ। ਤੇ ਇਸ ਲਈ ਡਾਈਟ ਬੁਰੀ ਨਹੀਂ ਹੈ, ਲੇਕਿਨ ਡਾਈਟ ਵਿੱਚ ਅਸੀਂ ਕੀ ਲੈ ਰਹੇ ਹਾਂ, ਐਕਸੈਸਿਵ ਅਮਾਉਂਟ ਆਫ ਕਾਰਬੋਹਾਈਡਰੇਟਸ, ਐਕਸੈਸਿਵ ਅਮਾਉਂਟ ਆਫ ਫੈਟਸ ਜੀ। ਇਸ ਦੇ ਨਾਲ ਆਬਵੀਅਸਲੀ ਸ਼ਰਾਬ ਦਾ ਸੇਵਨ, ਜੇ ਸਾਰੀ ਚੀਜ਼ਾਂ ਅਸੀਂ ਘਟਾ ਸਕੀਏ ਉਹ ਸਾਨੂੰ ਹੈਲਪ ਕਰਦਾ ਹੈ ਜੀ। ਜੋ ਵੀ ਲੋਕ ਬਿਜ਼ੀ ਨੇ, ਜੋ ਕਹਿੰਦੇ ਨੇ ਕਿ ਅਸੀਂ ਸਾਨੂੰ ਜੀ ਟਾਈਮ ਨਹੀਂ ਮਿਲਦਾ, ਇਸ ਜੀ ਹੁਣ ਟੈਂਪਰੇਚਰ 45 ਡਿਗਰੀ ਹੈ, ਇਸ ਵੇਲੇ ਬਰਸਾਤਾਂ ਹੋ ਰਹੀਆਂ, ਬਾਨੇ ਮਾਰਨ ਦੀ ਲੋੜ ਨਹੀਂ, ਅਸੀਂ ਸਟੈਟਿਕ ਸਾਈਕਲ ਲੈ ਸਕਦੇ ਹਾਂ ਘਰੇ, ਐਕਸਰਸਾਈਜ਼ਸ ਸਲੋ ਸਪੀਡ ਲੋ ਰੈਜ਼ਿਸਟੈਂਸ ਤੇ। ਲੇਕਿਨ ਮੈਂ ਜਦੋਂ ਵੀ ਲੋਕਾਂ ਨੂੰ ਸਾਈਕਲਿੰਗ ਦੇਣਾ, ਮੈਨੂੰ ਇਹ ਦਿਸ ਰਿਹਾ ਹੁੰਦਾ ਕਿ 3 ਮਹੀਨੇ ਬਾਅਦ ਉਸਤੇ ਕੱਪੜੇ ਸੁਕਾ ਰਹੇ ਹੁੰਦੇ ਲੋਕੀ, ਯੂਜ਼ ਨਹੀਂ ਕਰਦੇ। ਅਸੀਂ ਐਕਟੀਵਿਟੀ ਲਈ ਯੂਜ਼ ਟੂ ਹੋਣਾ ਬੜਾ ਜ਼ਰੂਰੀ ਹੈ। ਅਸੀਂ ਰੋਜ਼ਾਨਾ ਐਕਟੀਵਿਟੀਜ਼ ਕਰ ਸਕਦੇ ਹਾਂ। ਅਸੀਂ ਸਵਿਮਿੰਗ ਬਹੁਤ ਅੱਛੀ ਐਕਸਰਸਾਈਜ਼ ਹੈ, ਹਾਈਡਰੋਥੈਰੇਪੀ। ਜੇ ਸਵਿਮਿੰਗ ਨਹੀਂ ਵੀ ਆਉਂਦੀ, ਵੇਸਟ ਡੀਪ ਵਾਟਰ ਵਿੱਚ ਤੁਰਨਾ ਸ਼ੁਰੂ ਕਰ ਦਿਓ, ਸਾਨੂੰ ਐਕਸਰਸਾਈਜ਼ ਕਰਨੀ ਹੈ। ਸਾਈਕਲਿੰਗ ਬਹੁਤ ਅੱਛੀ ਐਕਸਰਸਾਈਜ਼ ਹੈ, ਵਾਕਿੰਗ ਬਹੁਤ ਅੱਛੀ ਐਕਸਰਸਾਈਜ਼ ਹੈ। ਅਸੀਂ ਜੇ ਆਪਣੀ ਐਕਟੀਵਿਟੀ ਨੂੰ ਔਨ ਰੱਖੀਏ, ਜੇ ਅਸੀਂ ਆਪਣੀ ਡਾਈਟ ਨੂੰ ਕੰਟਰੋਲ ਕਰੀਏ, ਇਹ ਸਾਰੀ ਚੀਜ਼ਾਂ ਮਿਲ ਕੇ ਸਾਨੂੰ ਬਹੁਤ ਅੱਛਾ ਇੱਕ ਲਾਈਫ ਸਟਾਈਲ ਦੇ ਸਕਦੀਆਂ ਤੇ ਅਸੀਂ ਆਰਥਰਾਈਟਿਸ ਵਰਗੀ ਬਹੁਤ ਸਾਰੀ ਬਿਮਾਰੀਆਂ ਤੋਂ ਬਚ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਬਜ਼ੁਰਗਾਂ ਨੂੰ ਭੰਗੜੇ ਪਾਉਣ ਲਾਇਆ, ਬਹੁਤ ਸਾਰੇ ਪੇਸ਼ੈਂਟ ਜਿਹੜੇ ਆ ਤੁਹਾਡੇ ਕੋਲੋਂ ਠੀਕ ਹੋ ਕੇ ਆਪਣੇ ਫਿਰ ਮਤਲਬ ਵਧੀਆ ਵਾਲੇ ਲਾਈਫ ਸਟਾਈਲ ਦੇ ਵਿੱਚ ਜ਼ਿੰਦਗੀ ਜਿਉ ਰਹੇ ਨੇ। ਅੱਜ ਵੀ ਕਈ ਲੋਕ ਜਿਹੜੇ ਡਰਦੇ ਨੇ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਡਾਕਟਰ ਸਾਹਿਬ ਕੋਲ ਨਹੀਂ ਜਾਣਾ ਜਾਂ ਖਰਚ ਬਹੁਤ ਹੁੰਦਾ ਜੀ ਨੀ ਰਿਪਲੇਸਮੈਂਟ ਤੇ, ਕੀ ਕਹਿਣਾ ਚਾਹੋਗੇ? ਦੇਖੋ, ਮੇਰੇ ਅਕੋਰਡਿੰਗਲੀ ਜਿਹੜੇ ਵੀ ਲੋਕੀ ਬਾਹਰ ਬੈਠੇ ਨੇ, ਮੈਂ ਤੁਹਾਨੂੰ ਛੋਟੀ ਜਿਹੀ ਦੱਸਾਂਗਾ ਕਿ ਮੈਂ ਉਹਨੇ ਮੁਲਕਾਂ ਦੇ ਵਿੱਚ ਰਹਿੰਦਾ ਸੀ, ਪ੍ਰੈਕਟਿਸ ਕਰਦਾ ਸੀਗਾ। ਤੁਹਾਡੀ ਕੋਈ ਵੀ ਟੈਕਨੋਲੋਜੀ, ਚਾਹੇ ਕਾਰ ਲੈ ਲਓ, ਲੈਪਟਾਪ ਲੈ ਲਓ, ਫੋਨ ਲੈ ਲਓ, ਤੁਸੀਂ ਕੋਈ ਵੀ ਚੀਜ਼ ਲਓਗੇ ਉਹ ਇੰਡੀਆ 'ਚ ਤੁਹਾਨੂੰ ਉਸ ਤੋਂ ਮਹਿੰਗੀ ਹੋ ਮਿਲੇਗੀ। ਹੈਲਥ ਕੇਅਰ ਇਕਲੌਤੀ ਇਹੋ ਜਿਹੀ ਚੀਜ਼ ਹੈ, ਜੇ ਮੰਨ ਲਓ ਦੋਨੋਂ ਗੋਡਿਆਂ ਦਾ ਆਪਰੇਸ਼ਨ ਹੈ, ਜੇ ਅਸੀਂ ਮੰਨ ਲਓ ਅਮਰੀਕਾ ਰਹਿੰਦੇ ਹਾਂ ਜਾਂ ਯੂਰਪ ਰਹਿੰਦੇ ਹਾਂ, ਤੇ ਪ੍ਰਾਈਵੇਟ ਤੁਹਾਨੂੰ 40-45 ਲੱਖ ਦਾ ਹੋਏਗਾ। ਇੰਡੀਆ 'ਚ ਬੈਸਟ ਹਸਪੀਟਲ ਦੇ ਵਿੱਚ 4 ਲੱਖ ਦਾ ਹੋਏਗਾ। ਤੇ 1/10 ਕਾਸਟ ਤੇ ਤੁਹਾਨੂੰ ਇੱਕੋ ਚੀਜ਼ ਮਿਲੇਗੀ, ਉਹ ਹੈਲਥ ਕੇਅਰ। ਤੇ ਇਸ ਲਈ ਜਿੰਨਾ ਇੰਡੀਆ 'ਚ ਯੂਜ਼ ਕਰਨਾ ਉਹਨੂੰ ਕਰ ਲਓ। ਇਟਸ ਸਟਿਲ ਅਨਐਕਸਪਲੋਰਡ ਐਸੈਟ। ਸਾਡੇ ਕੰਟਰੀ ਵਿੱਚ ਬਹੁਤ ਸਾਰਾ ਟੈਲੈਂਟ ਹੈ, ਸੇਮ ਚੀਜ਼ਾਂ 1/10 ਪ੍ਰਾਈਸ ਤੇ ਨੇ, ਤੇ ਉਸ ਤੋਂ ਬੈਟਰ ਤੁਹਾਨੂੰ ਸਭ ਤੋਂ ਜ਼ਿਆਦਾ ਇੱਕ ਹੋਮਲੀ ਇਕੋਸਿਸਟਮ ਮਿਲਦਾ ਹੈ ਜੀ। ਡਾਕਟਰ ਸਾਹਿਬ, ਤੁਸੀਂ ਵੀ ਮਤਲਬ ਇੱਕ ਸੇਵਾ ਭਾਵਨਾ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਹੋ, ਤੁਸੀਂ ਵੀ ਆਪਣੇ ਪੇਸ਼ੈਂਟ ਨੂੰ ਟ੍ਰੀਟ ਕਰਦੇ ਹੋ। ਮੈਂ ਬਹੁਤ ਸਾਰੇ ਤੁਹਾਡੇ ਆਰਟੀਕਲ ਵੀ ਪੜ੍ਹਿਆ ਇਸ ਰਿਗਾਰਡਿੰਗ, ਜਿਵੇਂ ਤੁਸੀਂ ਗਲੋਬਲ ਮਾਰਕੀਟਿੰਗ ਦੀ ਗੱਲ ਕਰ ਰਹੇ ਹੋ ਕਿ ਲੈਪਟਾਪ ਜੇ ਇੱਧਰ ਮਿਲਣਾ ਤੇ ਇੰਨੇ ਦਾ ਹੀ ਮਿਲਣਾ, ਬਟ ਜਦੋਂ ਅਸੀਂ ਇਹ ਆਰਗਨਸ ਦੀ ਗੱਲ ਕਰਦੇ ਹਾਂ ਜਾਂ ਜੋ ਵੀ ਅਸੀਂ ਯੂਜ਼ ਕਰਦੇ ਹਾਂ, ਨੀ ਇੰਪਲਾਂਟਸ ਅਸੀਂ ਬੋਲਦੇ ਹਾਂ, ਤਾਂ ਇਹ ਤੁਸੀਂ ਜਦੋਂ ਸੇਵਾ ਭਾਵਨਾ ਦੇ ਨਾਲ ਕੰਮ ਕਰਦੇ ਹੋ ਤੇ ਮਤਲਬ ਕਿੱਦਾਂ ਪੇਸ਼ੈਂਟਸ ਨੂੰ ਕਿਵੇਂ ਤੁਸੀਂ ਡੀਲ ਕਰਦੇ ਹੋ ਕਿ ਘੱਟ ਰੇਟ ਤੇ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਹੋ? ਇਸੇ ਲਈ ਅਸੀਂ ਕਰ ਰਹੇ, ਮੈਂ ਐਕਚੁਅਲੀ ਇੱਕ ਸਾਈਡ ਤੇ ਮੈਂ ਸਰਜਨ ਹਾਂ, ਸੈਕਿੰਡ ਸਾਈਡ ਲਈ ਮੈਂ ਵਰਲਡ ਲਈ ਇੰਪਲਾਂਟਸ ਡਿਜ਼ਾਈਨ ਕਰਦਾ ਹਾਂ। ਮੈਂ ਡਿਜ਼ਾਈਨਰ ਸਰਜਨ ਫॉर द ਵਰਲਡ, ਮੈਂ ਅਮਰੀਕਾ ਵਿੱਚ। ਮੇਰਾ ਮੇਨ ਮਕਸਦ ਇਹੀ ਸੀਗਾ ਜਦੋਂ ਪ੍ਰਾਈਸ ਕੈਪਿੰਗ ਹੋਣ ਤੋਂ ਪਹਿਲਾਂ ਕਿ ਸਾਡੀ ਮੈਕਸਿਮਮ ਆਵਾਮ ਜਿਹੜਾ ਹਿੰਦੁਸਤਾਨ ਦੇ ਵਿੱਚ ਹੈ ਜਾਂ ਨੇਬਰਿੰਗ ਕੰਟਰੀਜ਼ 'ਚ ਹੈ, ਉਹਨੂੰ ਇਹ ਫੈਸਿਲਿਟੀਜ਼ ਮਿਲ ਸਕਣ, ਉਹਨੂੰ ਸਬਸਿਡਾਈਜ਼ ਕਾਸਟ ਮਿਲ ਸਕੇ। ਤੇ ਇਸ ਲਈ ਮੈਂ ਇੰਪਲਾਂਟਸ ਵਰਲਡ ਡਿਜ਼ਾਈਨ ਕੀਤੇ, ਜਿਹਦੇ 'ਚ 2 ਐਡਵਾਂਟੇਜ ਸੀ। ਇੱਕ ਉਹਨਾਂ ਦੀ ਕਾਸਟ ਲੋਅਰ ਸੀਗੀ ਜੀ, ਬਿਲਕੁਲ। ਨੰਬਰ 2, ਉਹ ਸਾਡੇ ਏਸ਼ੀਅਨ ਜਾਂ ਇੰਡੀਅਨ ਬੋਨ ਸਾਈਜ਼ ਨਾਲ ਬਣੇ ਹੋਏ ਆ, ਕਿਉਂਕਿ ਬਹੁਤ ਸਾਰੇ ਲੋਕੀ ਇਹ ਨਹੀਂ ਸਮਝ ਪਾਉਂਦੇ। ਜਿਸ ਤਰ੍ਹਾਂ ਇੱਕ ਤੁਹਾਡੇ ਹਾਈਟ ਦੀ ਲੇਡੀ ਹੈ, ਸ਼ੀ ਇਜ਼ 5'7", ਲੇਕਿਨ 5'7" ਦੀ ਲੇਡੀ ਜਿਹੜੀ ਸਾਊਥ ਅਫਰੀਕਨ ਹੈ ਉਹ ਡਿਫਰੈਂਟ ਬਿਲਡ ਦੀ ਹੈ, ਜਿਹੜੀ ਅਮਰੀਕਨ ਹੈ ਡਿਫਰੈਂਟ ਹੈ, ਪੰਜਾਬ ਦੀ ਡਿਫਰੈਂਟ ਹੈ। ਇੱਕ ਜੀਨਸ ਜਿਹੜੀ ਉਹਨੂੰ ਪੂਰੀ ਆਉਂਦੀ, ਉਹ ਤਿੰਨਾਂ ਨੂੰ ਬਰਾਬਰ ਪੂਰੀ ਨਹੀਂ ਆਉਂਦੀ। ਲੇਕਿਨ ਹੈਲਥ ਕੇਅਰ ਦੇ ਵਿੱਚ ਅਸੀਂ ਇੱਕੋ ਹੀ ਸਾਈਜ਼ ਨੂੰ ਸਭ ਜਗ੍ਹਾ ਤੇ ਯੂਜ਼ ਕਰ ਰਹੇ ਸੀ, ਜੋ ਕਿ ਕੰਪਰੋਮਾਈਜ਼ ਸੀਗਾ। ਇਸ ਲਈ ਮੈਂ 2-3 ਚੀਜ਼ਾਂ ਡਿਫਾਈਸ ਕੀਤੀਆਂ ਸੀਗੀਆਂ। ਇੱਕ, ਨੀਜ਼ ਡਿਜ਼ਾਈਨ ਫॉर ਵਿਮਨ, ਬਿਕੋਜ਼ ਸਾਡੇ ਇੱਥੇ 70-75% ਜਿਹੜੀ ਸਰਜਰੀ ਦੀ ਪੋਪੂਲੇਸ਼ਨ ਹੈ ਉਹ ਫੀਮੇਲ ਪੇਸ਼ੈਂਟਸ ਨੇ ਜੀ। ਲੇਕਿਨ ਅਸੀਂ ਕਦੀ ਵੀ ਐਸਾ ਨਹੀਂ ਕਹਿੰਦੇ ਕਿ ਯਾਰ ਮੇਰੇ ਵਿੱਚ ਤੇ ਮੇਰੀ ਵਾਈਫ ਦੀ ਜੀਨ ਸੇਮ ਹੋਏਗੀ, ਬਿਕੋਜ਼ ਸਾਈਜ਼ ਫਰੇਮ ਡਿਫਰੈਂਟ ਹੈ। ਲੇਕਿਨ ਇੰਪਲਾਂਟਸ ਵਿੱਚ ਸੇਮ ਹੋ ਰਿਹਾ ਸੀਗਾ। ਅਸੀਂ ਫੀਮੇਲ ਸਪੈਸਿਫਿਕ ਇੰਪਲਾਂਟਸ ਡਿਜ਼ਾਈਨ ਕੀਤੇ। ਉਸ ਦੇ ਨਾਲ ਉਹ ਇੰਪਲਾਂਟਸ ਇਕੱਲੇ ਗੋਰਿਆਂ ਦੀ ਲਾਈਫ ਲਈ ਸੈੱਟ ਨਹੀਂ ਹੈ, ਉਹ ਸਾਡੇ ਪੰਜਾਬੀਆਂ ਦੇ, ਨਾਰਥ ਇੰਡੀਅਨਸ ਦੀ ਬਿਲਡ ਤੇ ਫਰੇਮਵਰਕ ਨਾਲ ਵੀ ਕਸਟਮਾਈਜ਼ਡ ਨੇ, ਬਿਕੋਜ਼ ਸਾਰੀ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਜਿਹਨੂੰ ਕਹਿੰਦੇ ਆ ਸਾਈਜ਼ਿੰਗ ਟੂ ਆਰਡਰ। ਅੱਜ ਜਿਸ ਗੱਡੀਆਂ ਵੀ ਸਾਈਜ਼ਿੰਗ ਟੂ ਆਰਡਰ ਹੈ, ਕਾਰਸ ਵੀ ਹੁੰਦੀਆਂ ਨੇ, ਤੇ ਇਸ ਲਈ ਮੇਡ ਟੂ ਆਰਡਰ ਸਿਸਟਮਸ ਨੇ ਜਿਹੜੇ ਕਿ ਤੁਹਾਡੀ ਸਰਜਰੀਜ਼ ਨੂੰ ਬਹੁਤ ਜ਼ਿਆਦਾ ਪਰਫੈਕਸ਼ਨ ਤੇ ਲੈ ਜਾਂਦੇ ਨੇ ਜੀ।
ਤੇ ਇਸ ਦੇ ਨਾਲ ਅਸੀਂ ਲਾਂਚ ਕੀਤੀ ਫੀਫੋ ਟੈਕਨੋਲੋਜੀਜ਼ ਜੀ। ਫੀਫੋ ਟੈਕਨੋਲੋਜੀਜ਼ ਵਿੱਚ ਮੇਨ ਸੀਗਾ ਕਿ ਜਿਹੜੀ ਸਰਜਰੀ ਸੀਗੀ ਲੋਕਾਂ ਨੂੰ ਡਰ ਲੱਗਦਾ ਸੀ। ਮੈਂ ਸਭ ਨੂੰ ਕਹਿਣਾ ਨਾ ਤੁਹਾਨੂੰ 12 ਤੋਂ 15 ਮਿੰਟ ਲੱਗਣਗੇ ਤੇ 3 ਘੰਟਿਆਂ ਤੁਰਨਾ ਸ਼ੁਰੂ ਹੋ ਜਾਓਗੇ। ਜੀ ਠੀਕ ਹੈ ਨਾ। ਤੇ ਜਿਹੜਾ ਸਵਾਲ ਸਭ ਤੋਂ ਪਹਿਲਾਂ ਆਉਂਦਾ ਸੀ ਡਾਕਟਰ ਸਾਹਿਬ ਇਹ ਨਾ ਹੋਏ ਇਸ ਤੋਂ ਵੀ ਰਹਿ ਜਾਈਏ, ਅਸੀਂ ਤੁਰਾਂਗੇ ਨਹੀਂ ਤੁਰਾਂਗੇ। ਅੱਜ ਦੇ ਯੁੱਗ ਵਿੱਚ ਅਸੀਂ ਕਹਿੰਦੇ ਹਾਂ ਕਿ 3 ਘੰਟਿਆਂ ਵਿੱਚ ਤੁਸੀਂ ਆਪਣੇ ਪੈਰਾਂ ਤੇ ਖੜੇ ਹੋਗੇ, ਨੈਕਸਟ ਮਾਰਨਿੰਗ ਟਾਇਲਟ ਸੀਟ ਤੇ ਹੋਗੇ। ਇਸ ਲਈ ਜਿਹੜਾ ਉਹ ਡਰ ਦਾ ਫਰੇਮਵਰਕ ਸੀ ਉਹ ਕਾਫੀ ਹੱਦ ਤੱਕ ਘਟ ਗਿਆ ਹੈ। ਜੀ, ਨੀ ਰਿਪਲੇਸਮੈਂਟ ਤੋਂ ਬਾਅਦ ਕਿਹੜੀਆਂ ਸਾਵਧਾਨੀਆਂ ਨੇ ਜਿਹੜੀਆਂ ਵਰਤਣ ਦੀ ਜ਼ਰੂਰਤ ਹੈ? ਹਾਂਜੀ, ਇਟਸ ਆਲਮੋਸਟ ਮਿਨੀਮਲ। ਤੁਸੀਂ ਸੜਕਾਂ 'ਤੇ ਦੌੜ ਨਹੀਂ ਲਾਓਗੇ, ਬ੍ਰਿਸਕ ਵਾਕ ਕਰ ਸਕਦੇ ਹੋ, ਸਭ ਕੁਝ ਕਰ ਸਕਦੇ ਹੋ। ਤੁਸੀਂ ਬਾਸਕਟਬਾਲ, ਫੁੱਟਬਾਲ, ਕਬੱਡੀ ਨਹੀਂ ਖੇਡੋਗੇ, ਲੇਕਿਨ ਕੋਈ ਵੀ ਨਹੀਂ ਕਰ ਰਿਹਾ ਹੁੰਦਾ। ਤੇ ਇਸ ਲਈ ਅੱਜ ਡੇਟਸ ਮੈਂ ਸਭ ਨੂੰ ਕਹਿਣਾ ਕਿ ਆਲਮੋਸਟ ਕੋਈ ਤੁਹਾਡੀ ਜ਼ੀਰੋ ਰੈਸਟ੍ਰਿਕਸ਼ਨ ਹੈ। ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਸੀਗੇ ਜਾਂ ਤੁਹਾਡਾ ਕੋਈ ਕੰਪੈਨੀਅਨ ਹੈ ਜੋ ਸਾਰੇ ਕੰਮ ਕਰਦੇ, ਤੁਸੀਂ ਆਲਮੋਸਟ ਸਭ ਕੁਝ ਉਸ ਤਰ੍ਹਾਂ ਹੀ ਕਰੋਗੇ। ਜੀ ਬਿਲਕੁਲ, ਮਤਲਬ ਪਹਿਲੇ ਵਾਲੇ ਆਪਣੇ ਲਾਈਫ ਸਟਾਈਲ ਦੇ ਵਿੱਚ ਉਵੇਂ ਹੀ ਸਾਰੇ ਮੈਂ ਆਪਣੀ ਲੈਂਗੁਏਜ ਨੂੰ ਕਹਿਣਾ ਨਾ ਦੂਸਰਾ ਬਚਪਨ। ਜੀ ਹਾਂ, ਜਿਸ ਤਰ੍ਹਾਂ ਤੁਸੀਂ ਅਕਸਰ ਹੀ ਕਹਿੰਦੇ ਹੋ ਕਿ ਏਜ ਇਜ਼ ਜਸਟ ਅ ਨੂਮੈਰੀਕਲ ਨੰਬਰ, ਔਰ ਤੁਸੀਂ ਅਗਰ 50 ਤੋਂ ਬਾਅਦ ਤੁਹਾਨੂੰ ਦੁਬਾਰਾ ਨਏ ਨੀਜ਼ ਮਿਲ ਰਹੇ ਆ ਤੇ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਦੁਬਾਰਾ ਡਾਕਟਰ ਸਾਹਿਬ ਕਈ ਵਾਰੀ ਜਿੱਦਾਂ ਨੀ ਰਿਪਲੇਸਮੈਂਟ ਕਰਵਾ ਲਈ ਤਾਂ ਜਿਵੇਂ ਨੌਨ ਸਟਿਚ ਅੱਜ ਕੱਲ੍ਹ ਘੱਟ ਚੀਰੇ ਵਾਲੀ ਸਟਿਚਲੈਸ ਜਿਹੜੀ ਹੈਗੀ ਆ ਉਹ ਸਰਜਰੀ ਵੀ ਆ ਗਈ ਹੈ, ਘੱਟ ਟਾਈਮ 'ਤੇ ਇਲਾਜ ਹੋ ਜਾਂਦਾ ਦੁਬਾਰਾ ਉਸੇ ਫਾਰਮ। ਜੇਕਰ ਦੁਬਾਰਾ ਉਹ ਡੈਮੇਜ ਹੋ ਜਾਂਦੇ ਆ, ਜਿਵੇਂ ਕਿਤੇ ਡਿੱਗ ਗਏ, ਠੋਕਰ ਲੱਗ ਗਈ, ਕੋਈ ਇੱਦਾਂ ਦੀਆਂ ਧਾਰਨਾਵਾਂ ਵੀ ਸਾਡੇ ਆਡੀਅנס ਦੇ ਵਿੱਚ ਹੈ ਨੇ? ਦੇਖੋ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਮੈਂ ਹੱਸਦਾ ਹੁੰਦਾ ਸਭ ਨੂੰ ਕਿ ਰੀਡੂ ਸਰਜਰੀ ਨੂੰ ਮੈਂ ਉਸ ਤਰ੍ਹਾਂ ਹੀ ਕਰਨਾ ਹੁੰਦਾ ਕਿ ਨਾਰਮਲੀ ਸ਼ਾਦੀ ਸਭ ਦੀ ਵਧੀਆ ਕਾਮਯਾਬ ਕਰਦੀ ਹੈ। ਉਹ ਖੁਦਾ ਨਾ ਖਾਸ ਤੱਕ ਜੇ ਡਿਵੋਰਸ ਹੋ ਜਾਏ ਤਾਂ ਰੀਮੈਰਿਜ ਹੋ ਸਕਦੀ ਹੈ। ਸੇਮ ਵੇ 99.5% सब लोग अच्छी लाइफ जाएंगे, लेकिन किसी प्रॉब्लम करके, कोई इन्फेक्शन आन करके, कोई टेक्निकल फेलियर करके या लाइफ ऑफ इम्पलांट पूरी होने करके जे कोई चीज़ फेल करे तो उन्होंने रीडू कर सकते हैं। उस रीडू ਨੂੰ रिविजन जॉइंट रिप्लेसमेंट कहते हैं, लेकिन वो भी आजकल बड़ी ज़्यादा कॉमन है ਤੇ ਇਸ ਲਈ ਅੱਜ ਦੀ ਡੇਟ ਇਹਨਾਂ ਚੀਜ਼ਾਂ ਡਰਨ ਦੀ ਕੋਈ ਲੋੜ ਹੀ ਨਹੀਂ। ਲੋਕਾਂ ਦੇ ਵਿੱਚ ਧਾਰਨਾਵਾਂ ਨੇ ਨੀ ਰਿਪਲੇਸਮੈਂਟ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੇ ਡਰ ਨੇ, ਨੀ ਸਟਰਕਚਰਸ ਨਹੀਂ ਸਮਝਿਆ ਹੁੰਦਾ ਜਾਂ ਕਹਿੰਦੇ ਨੇ ਕਿ ਗੈਪ ਆ ਗਿਆ ਜਾਂ ਦੁਬਾਰਾ ਕਿਵੇਂ ਗੋਡਾ ਸਾਨੂੰ ਨਵਾਂ ਲਾਉਣਗੇ। ਸੋ ਇੱਕ ਡਰ ਕੱਢਣਾ ਹੈ, ਕੁਝ ਮਾਡਲਸ ਪਏ ਨੇ ਸਾਡੇ ਕੋਲ, ਇਸ ਦੇ ਥਰੂ ਅਸੀਂ ਥੋੜਾ ਜਿਹਾ ਸਮਝਾ ਦਈਏ ਪਬਲਿਕ। ਵਧੀਆ, ਤੁਹਾਡਾ ਕੋਈ ਸਵਾਲ ਬਹੁਤ ਵਧੀਆ ਹੈ ਬਿਕੋਜ਼ ਬਹੁਤ ਲੋਕੀ ਮੇਰੇ ਤੋਂ ਪੁੱਛਦੇ ਨੇ ਸਾਡਾ ਸੁਣਿਆ ਜੀ ਗੈਪ ਪੈ ਗਿਆ। ਇੱਕ ਨਾਰਮਲ ਜੋੜ ਕੀ ਹੁੰਦਾ ਹੈ ਸੁਵੀਰ ਜੀ? ਤੁਹਾਡਾ ਏਜ ਹੈਗੀ ਯੰਗ ਹੋ, ਇਹ ਨਾਰਮਲ ਜੁਆਇੰਟ ਇਸ ਤਰ੍ਹਾਂ ਹੁੰਦਾ ਜੀ, ਦੋਵੇਂ ਪਾਸੇ ਬਰਾਬਰ ਸਪੇਸ ਹੋਏਗੀ, ਕੋਈ ਪੋਰਸ਼ਨ ਆਪਸ ਟੱਚ ਨਹੀਂ ਕਰਦਾ ਤੇ ਸਾਡੀ ਲੱਤ ਇੱਕ ਸਟ੍ਰੇਟ ਲਾਈਨ ਹੈ ਜੀ। ਹੁਣ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਹੈ, ਜਿਵੇਂ ਸਾਡੇ ਮੰਨ ਲਓ ਵਾਲ ਚਿੱਟੇ ਹੁੰਦੇ ਹੈ, ਸਾਡੇ ਚੁਰੀਆਂ ਪੈਂਦੀਆਂ ਨੇ ਜਾਂ ਟਾਈਮ ਪੈਣ ਨਾਲ ਥੋੜਾ ਪੇਂਟ ਖਰਾਬ ਹੁੰਦਾ ਹੈ, ਏਜ ਪੈਣ ਨਾਲ ਜਿਹੜੀ ਜੁਆਇੰਟ ਦੀ ਉੱਪਰ ਵਾਲੀ ਲੇਅਰ ਹੈ ਜਿਹਨੂੰ ਅਸੀਂ ਕਾਰਟਿਲੇਜ ਕਹਿੰਦੇ ਆ, ਇਹ ਵੇਅਰ ਆਫ ਕਰਨਾ ਸ਼ੁਰੂ ਹੋਏਗੀ ਜੀ। ਇੱਕ ਸਟੇਜ ਆ ਗਈ ਕਿ ਜਦੋਂ ਇਹ ਹੱਡੀ ਦੀ ਕੋਟਿੰਗ ਖਰਾਬ ਹੋ ਗਈ, ਇਹ ਹੱਡੀ ਇਸ ਤਰ੍ਹਾਂ ਰਗੜਨਾ ਸ਼ੁਰੂ ਹੋ ਗਈ ਜੀ। ਜਿਸ ਵੇਲੇ ਬੋਨ ਆਪਸ ਰਬ ਕਰਨਾ ਸ਼ੁਰੂ ਹੋ ਗਈ, ਇਸ ਸਟੇਜ ਤੇ ਆਪਰੇਸ਼ਨ ਹੁੰਦਾ ਹੈ। ਲੇਕਿਨ ਸਾਡੇ ਪੰਜਾਬੀਆਂ ਵਿੱਚ ਹੁੰਦਾ ਹਾਲੇ ਸਾਡਾ ਕੰਮ ਚੱਲ ਰਿਹਾ, ਅਸੀਂ ਇਹਨੂੰ ਰਬ ਕਰਦੇ ਰਹਿੰਦੇ ਆ। ਜਿਵੇਂ ਤੁਸੀਂ ਪੱਥਰ ਲੈ ਕੇ ਦੀਵਾਰ 'ਚ ਰਬ ਕਰਨਾ ਸ਼ੁਰੂ ਕਰ ਦੋਗੇ ਤੇ ਸੀਮੈਂਟ ਕ੍ਰੀਏਟ ਆਫ ਹੋ ਜਾਏਗਾ। ਬਿਲਕੁਲ ਇਸ ਤਰ੍ਹਾਂ ਹੀ ਰਬਿੰਗ ਕਰਦੇ ਹੋਏ ਇੰਨੀ ਹੱਡੀ ਚਲੀ ਜਾਏਗੀ ਜੀ। ਜਦੋਂ ਹੱਡੀ ਖਤਮ ਹੋ ਜਾਏਗੀ ਉਹ ਪੇਸ਼ੈਂਟ ਦੀ ਲੱਤ ਵਿੰਗੀ ਹੋ ਜਾਏਗੀ। ਹੁਣ ਜਦੋਂ ਜੁਆਇੰਟ ਡੈਮੇਜ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਿ ਇਹ ਜੋੜ ਕੱਢ ਕੇ ਤੇ ਨਵਾਂ ਜੋੜ ਫਿੱਟ ਕਰ ਦੇਣਾ ਉਸ ਜਗ੍ਹਾ ਤੇ। ਜਿਵੇਂ ਤੁਹਾਡੇ ਦੀਵਾਰ ਦਾ ਪਲਾਸਟਰ ਖਰਾਬ ਹੁੰਦਾ ਹੈ, ਤੁਸੀਂ ਟੌਪ ਲੇਅਰ ਸਕ੍ਰੇਪ ਕਰਦੇ ਹੋ, ਇਹ ਸਿਰਫ ਟੌਪ ਲੇਅਰ ਨੂੰ ਫਿਊ ਮਿਲੀਮੀਟਰਸ ਟੌਪ ਲੇਅਰ ਨੂੰ ਸਕ੍ਰੇਪ ਕਰਕੇ ਅਸੀਂ ਉਹਦੀ ਜਗ੍ਹਾ ਤੇ ਨਵੀਂ ਕੈਪਿੰਗ ਕਰਦੇ ਹਾਂ। ਜਿਵੇਂ ਤੁਸੀਂ ਆਹ ਸਟਰਕਚਰ ਦੇਖ ਰਹੇ ਹੋ, 골ਡ ਔਨ 골ਡ ਹੈ, ਇਹ ਟੌਪ ਲੇਅਰ ਸਿਰਫ ਕੈਪ ਹੁੰਦੀ ਹੈ, ਬਾਕੀ ਸਭ ਜੁਆਇੰਟਸ, ਲਿਗਾਮੈਂਟ ਸਭ ਕੁਝ ਉਸ ਤਰ੍ਹਾਂ ਹੀ ਰਹਿੰਦਾ ਹੈ। ਸਿਮਿਲਰ ਥੱਲੇ ਦੇ ਹੱਡੀ ਦੀ ਕੈਪਿੰਗ ਹੋ ਗਈ ਤੇ ਦੋਨਾਂ ਦੇ ਵਿੱਚ ਇੱਕ ਹਾਈ ਕੁਆਲਿਟੀ ਪਲਾਸਟਿਕ ਹੁੰਦਾ ਹੈ, ਉਹ ਆ ਗਿਆ ਤੇ ਇਹ ਕੈਪਿੰਗ ਹੋਣ ਦੇ ਨਾਲ ਜੁਆਇੰਟ ਆਪਣਾ ਵਾਪਸ ਉਸ ਤਰ੍ਹਾਂ ਨਾਲ ਸਾਡਾ ਮੂਵ ਕਰਨਾ ਸ਼ੁਰੂ ਹੋ ਜਾਏਗਾ। ਠੀਕ ਹੈ, ਇਹਦਾ ਮਤਲਬ ਇਹ ਨਹੀਂ ਕਿ ਜੋੜ ਨਵਾਂ ਹੋਇਆ, ਸਿਰਫ ਉਹਦੀ ਲਾਈਨਿੰਗ ਕੈਪਿੰਗ ਹੋ ਗਈ ਉਹਦੇ ਵਿੱਚ। ਇਹ ਸਭ ਤੋਂ ਲੇਟੈਸਟ ਕਨਸੈਪਟ ਨਾਲ ਜੁਆਇੰਟ ਰੀਸਰਫੇਸਿੰਗ ਸਿਸਟਮਸ ਜੀ। ਬਹੁਤ ਖੂਬ, ਬਹੁਤ ਅਹਿਮ ਜਾਣਕਾਰੀ ਹੈ। ਡਾਕਟਰ ਸਾਹਿਬ ਜਾਂਦੇ ਜਾਂਦੇ ਇੱਕ ਮੈਸੇਜ ਦੇਣਾ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਅੱਜ ਤੋਂ 15 ਸਾਲ ਪਹਿਲਾਂ ਦੀ ਜਾਂ 20 ਸਾਲ ਪਹਿਲਾਂ ਦੀ, ਇਹ ਪ੍ਰੋਬਲਮ ਘੱਟ ਦੇਖਣ 'ਚ ਮਿਲਦੀ ਸੀ, ਜਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਲੋਕ ਅਵੇਅਰ ਨਹੀਂ ਸੀ, ਜਾਗਰੂਕ ਨਹੀਂ ਸੀਗੇ। ਔਰ ਜਿਵੇਂ ਜਿਵੇਂ ਮੈਡੀਕਲ ਸਾਇੰਸ ਨੇ ਤਰੱਕੀ ਕੀਤੀ, ਨਵੀਆਂ ਐਡਵਾਂਸ ਜਿਹੜੀਆਂ ਟੈਕਨੀਕਸ ਨੇ ਉਹ ਵੀ ਆਈਆਂ ਮੈਡੀਕਲ ਸਾਇੰਸ ਦੇ ਵਿੱਚ, ਔਰ ਸਾਇੰਸ ਨੇ ਇੰਨੀ ਤਰੱਕੀ ਕੀਤੀ ਕਿ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਦੁਬਾਰਾ ਤੁਹਾਨੂੰ ਤੁਹਾਡਾ ਬਚਪਨ ਜਿਹੜਾ ਉਹ ਮਿਲ ਸਕਦਾ ਆਫਟਰ 50 ਵੀ ਤੁਸੀਂ ਜਿਹੜੀ ਆਪਣੀ ਜਵਾਨੀ ਵਾਲੀ ਲਾਈਫ ਜੇ ਮੈਂ ਕਹਾਂ ਤੇ ਉਹ ਜੀ ਸਕਦੇ ਹੋ। ਔਰ ਨਾਲ ਦੇ ਨਾਲ ਅਸੀਂ ਆਪਣਾ ਜਿਹੜਾ ਲਾਈਫ ਸਟਾਈਲ ਹੈ ਕਿਵੇਂ ਦਾ ਰੱਖੀਏ, ਕਿਵੇਂ ਅਸੀਂ ਆਪਣੀ ਜ਼ਿੰਦਗੀ ਨੂੰ ਜਿਹੜਾ ਉਹ ਵਧੀਆ ਜਾਂਦੇ ਮੈਸੇਜ ਫਸਟ ਕਲਾਸ। ਸੋ ਸਾਰੇ ਸਰੋਤਿਆਂ ਲਈ ਮੇਰਾ ਮੈਸੇਜ ਹੋਏਗਾ, ਸਟੇ ਫਿਟ ਐਂਡ ਹੈਲਦੀ ਵਿਦ ਪੇਨ ਫ੍ਰੀ ਜੁਆਇੰਟਸ। पेन फ्री जॉइंट्स का मतलब केवल सर्जरी नहीं है, सर्जरी एक पीक ऑफ द आइसबर्ग है।
ਠੀਕ ਹੈ ਨਾ। ਜਿਸ ਤਰ੍ਹਾਂ ਆਪਾਂ ਲੜਾਈ ਹੁੰਦੀ ਹੈ ਤੇ ਕਹਿੰਦੇ ਆ ਨਿਊਕਲੀਅਰ ਵੈਪਨ ਯੂਜ਼ ਕਰਨ, ਨਿਊਕਲੀਅਰ ਵੈਪਨ ਲਾਸਟ ਯੂਜ਼ ਹੁੰਦਾ ਹੈ, ਲੇਕਿਨ ਸਭ ਤੋਂ ਪਹਿਲਾਂ ਅਸੀਂ ਉਹਨੂੰ ਬਚਾਉਣਾ ਚਾਹੁੰਦੇ ਹਾਂ। ਬਚਾਉਣ ਲਈ ਸਭ ਤੋਂ ਪਹਿਲਾਂ ਆਪਣਾ weight ਨਿਯੰਤਰਣ 'ਚ ਰੱਖੋ, ਆਪਣੀ ਡਾਈਟ ਵਿੱਚ ਫੈਟ ਤੇ ਮਿੱਠਾ, ਫੈਟ ਐਂਡ ਸ਼ੂਗਰਸ ਨੂੰ ਕੰਟਰੋਲ ਕਰੋ, ਐਲਕੋਹਲ ਨੂੰ ਕੰਟਰੋਲ ਕਰੋ, ਰੈਗੂਲਰ ਐਕਟਿਵ ਲਾਈਫਸਟਾਈਲ ਰੱਖੋ। ਤੁਸੀਂ ਜਿੰਨੇ ਵੀ ਬਿਜ਼ੀ ਹੋ, ਇੱਕ ਪਰਟੀਕੂਲਰ ਟਾਈਮ ਅੱਧਾ ਘੰਟਾ ਜ਼ਰੂਰ ਰੱਖੋ ਜੋ ਤੁਹਾਡੇ ਲਈ ਤੁਹਾਡਾ ਮੀ ਟਾਈਮ ਹੈ, ਜਿਹਦੇ ਵਿੱਚ ਤੁਸੀਂ ਚਾਹੇ ਸਾਈਕਲਿੰਗ ਕੀਤੀ, ਚਾਹੇ ਤੁਸੀਂ ਵਾਕਿੰਗ ਕੀਤੀ, ਚਾਹੇ ਤੁਸੀਂ ਯੋਗਾ ਕੀਤਾ, ਕਿਸੇ ਵੀ ਫਾਰਮ 'ਚ ਕੀਤਾ, ਲੇਕਿਨ ਐਕਟੀਵਿਟੀ ਕੀਤੀ। ਉਸ ਤੋਂ ਬਾਅਦ ਜੇ ਤੁਹਾਨੂੰ ਕਦੀ ਪ੍ਰੋਬਲਮ ਆਏ, ਉਸ ਵੇਲੇ ਕਿਸੇ ਐਕਸਪਰਟ ਨੂੰ ਮਿਲੋ। ਬਹੁਤ ਸਾਰੀ ਪ੍ਰੋਬਲਮਸ ਨੇ ਜਿਹੜੇ ਕਿ ਸਹੀ ਸਮੇਂ ਤੇ ਇਲਾਜ ਸ਼ੁਰੂ ਦੇ ਹੋਣ ਨਾਲ ਸਰਜਰੀਜ਼ ਵਗੈਰਾ ਤੋਂ ਬਚਾਈਆਂ ਜਾ ਸਕਦੀਆਂ ਨੇ, ਲੇਕਿਨ ਸਾਡੇ ਆਵਾਮ ਵਿੱਚ ਲੋਕੀ ਆਪਣੇ ਆਸੇ-ਪਾਸੇ ਦਿਖਾਉਂਦੇ ਰਹਿੰਦੇ, ਸਪੈਸ਼ਲਿਸਟ ਨੂੰ ਨਹੀਂ ਮਿਲਦੇ ਜੀ। ਇਸ ਲਈ ਜਦੋਂ ਵੀ ਤੁਹਾਨੂੰ ਕੋਈ ਸਮੱਸਿਆ ਲੱਗੇ, ਉਸ ਤੋਂ ਜ਼ਿਆਦਾ ਆਪਣੇ ਸਪੈਸ਼ਲਿਸਟ ਕੋਲ ਜਾਓ। ਉਹ ਤੁਹਾਨੂੰ ਉਹਦੇ ਲਈ ਮੈਡੀਸਿਨਸ ਦੇਣਗੇ, ਉਹਨੂੰ ਤੁਹਾਡੇ ਲਈ ਐਕਸਰਸਾਈਜ਼ਸ ਦੇਣਗੇ, ਕੋਈ ਫਿਜ਼ੀਓਥੈਰੇਪੀ ਐਡ ਅਪ ਕਰਨਗੇ। ਤੇ ਇਹ ਸਾਰੀ ਚੀਜ਼ਾਂ ਕਰਨ ਦੇ ਨਾਲ ਤੁਸੀਂ ਜਾਂ ਆਪਣੀ ਸਰਜਰੀਜ਼ ਨੂੰ ਬਚਾ ਪਾਓਗੇ ਜਾਂ ਤੁਸੀਂ ਉਹਨੂੰ ਡਿਲੇ ਕਰ ਪਾਓਗੇ ਜੀ। ਹੁਣ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਕਿ ਐਕਟਿਵ ਲਾਈਫਸਟਾਈਲ ਸਾਡਾ ਮੰਤਰਾ ਹੋਣਾ ਚਾਹੀਦਾ ਅੱਗੇ ਜਾਣ ਲਈ, ਤੇ ਉਸ ਚੀਜ਼ ਨੂੰ ਅਪਣਾਓ। ਤੇ ਰੱਬ ਨਾ ਕਰੇ ਤੁਹਾਨੂੰ ਕਿਸੇ ਨੂੰ ਕਦੀ ਪ੍ਰੋਬਲਮ ਜ਼ਿਆਦਾ ਹੋਵੇ, ਅੱਜ ਦੀ ਡੇਟ ਵਿੱਚ ਬੇਝੜਕ ਹੋ ਕੇ ਆਪਣਾ ਹੋਮਵਰਕ ਕਰਕੇ ਗੋ ਫॉर ਅ ਸਰਜਰੀ ਤੁਹਾਨੂੰ 99.5% ਨਾਰਮਲ ਐਕਟਿਵ ਲਾਈਫਸਟਾਈਲ ਤੇ ਪਹੁੰਚਾ ਦੇਗੀ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਹੀ ਅਹਿਮ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਸ਼ੁਕਰੀਆ ਜੀ।